ਮੈਂ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਸਾਡੀ ਆਤਮਾ 'ਤੇ ਰਹਿਮ ਕੀਤਾ। ਪਿਆਰਿਓ, ਸੰਤ ਗਰੀਬ ਨਵਾਜ ਹੁੰਦੇ ਹੈ, ਉਹ ਦਇਆ ਦਾ ਸਮੁੰਦਰ ਹੁੰਦੇ ਹੈ, ਦਇਆ ਲੈ ਕੇ ਆਉਂਦੇ ਹੈ। ਜੈਸਾ ਜੈਸਾ ਕਿਸੇ ਦਾ ਬਰਤਨ ਬਣਿਆ ਹੈ ਜਾਂ ਭਾਂਡਾ ਬਣਿਆ ਹੁੰਦਾ ਹੈ, ਵੈਸੀ ਵੈਸੀ ਅਸੀਂ ਉਹਨਾਂ ਤੋਂ ਪ੍ਰਾਪਤ ਕਰ ਲੈਂਦੇ ਹਾਂ। ਇਸੇ ਲਫ਼ਜ਼ ਨੂੰ ਮਹਾਰਾਜ ਸਦਾ ਦੁਹਰਾਉਂਦੇ ਹੁੰਦੇ ਸੀ ਕਿ 45 ਸਾਲ ਮਹਾਰਾਜ ਸਾਵਣ ਨੇ ਦੋਨਾਂ ਹੱਥਾਂ ਨਾਲ ਦਾਤ ਵੰਡੀ, ਹਰ ਇੱਕ ਨੂੰ ਹੋਕਾ ਦਿੱਤਾ ਕਿ ਮੈਨੂੰ ਤੁਸੀਂ ਓਪਰਾ ਨਾ ਸਮਝੋ, ਮੈਨੂੰ ਆਪਣਾ ਸਮਝੋ, ਮੈਂ ਤੁਹਾਡਾ ਹੀ ਆਇਆ ਹਾਂ। ਸਾਨੂੰ ਪਤਾ ਹੈ ਕਿ ਇਤਨੀ ਵੱਡੀ ਦੁਨੀਆ, ਇਤਨੀ ਵੱਡੀ ਆਬਾਦੀ ਵਿੱਚ ਬਹੁਤ ਥੋੜ੍ਹੇ ਜੀਵਾਂ ਨੇ ਫਾਇਦਾ ਉਠਾਇਆ, ਗਿਣਤੀ ਦੇ ਜੀਵਾਂ ਨੇ ਫਾਇਦਾ ਉਠਾਇਆ। ਇਸੇ ਤਰ੍ਹਾਂ ਪਰਮਾਤਮਾ ਕਿਰਪਾਲ ਨੇ ਖੁੱਲ੍ਹੇ ਦਿਲ ਨਾਲ ਉਹ ਨਾਮ ਦੀ ਦੌਲਤ ਵਾਂਟੀ। ਸਦਾ ਹੀ ਕਹਿੰਦੇ ਸੀਗੇ ਕਿ ਬਈ ਮੈਂ ਆਪਣੇ ਪਿਤਾ ਦਾ ਫਜ਼ੂਲ ਖਰਚੀ ਕਰਨ ਵਾਲਾ ਬੇਟਾ ਹਾਂ। ਫਿਰ ਉਹ ਕਹਿੰਦੇ ਹੁੰਦੇ ਸੀ ਬਈ ਦੇਣੇ ਵਾਲੇ ਦਾ ਕੀ ਕਸੂਰ ਹੈ, ਸਵਾਲ ਤਾਂ ਲੈਣ ਵਾਲੇ ਦਾ ਹੈ। ਸੋ ਪਿਆਰਿਓ, ਜੈਸਾ ਜੈਸਾ ਸਾਡਾ ਬਰਤਨ ਸੀ, ਭਾਂਡਾ ਬਣਿਆ ਸੀ, ਵੈਸਾ ਵੈਸਾ ਅਸੀਂ ਉਹ ਤੋਂ ਪ੍ਰਾਪਤ ਕੀਤਾ। ਉਹ ਸਦਾ ਕਹਿੰਦੇ ਹੁੰਦੇ ਸੀ ਕਿ ਗੁਰੂ ਦੇ ਪਾਸ ਜਦ ਵੀ ਆਓ ਮਿੱਟੀ ਬਣ ਕੇ ਆਓ। ਸਾਨੂੰ ਪਤਾ ਹੈ ਕਿ ਕੁਮਾਰ ਮਿੱਟੀ ਨੂੰ ਬਾਹਰੋਂ ਲਿਆਉਂਦਾ ਹੈ, ਮਿੱਟੀ ਦਾ ਕੋਈ ਵੀ ਉਜਰ ਨਹੀਂ ਹੁੰਦਾ ਗਾ। ਉਹਨੂੰ ਉਹ ਸੋਟਿਆਂ ਦੇ ਨਾਲ ਕੁੱਟਦਾ ਹੈ, ਫਿਰ ਉਹਨੂੰ ਛਾਣਦਾ ਹੈ, ਪਾਣੀ ਪਾਉਂਦਾ ਹੈ, ਗਾਉਂਦਾ ਹੈ, ਆਖਰ ਉਸ ਨੂੰ ਚੱਕ 'ਤੇ ਚੜ੍ਹਾ ਕੇ ਘੜਾ ਬਣਾਉਂਦਾ ਹੈ, ਉਹਨੂੰ ਡੋਰ ਨਾਲ ਕੱਟਦਾ ਹੈ, ਫਿਰ ਉਸ ਨੂੰ ਥਾਪਿਆਂ ਦੇ ਨਾਲ ਕੁੱਟਦਾ ਹੈ, ਅੰਦਰ ਹੱਥ ਰੱਖਦਾ ਹੈ, ਆਖਰ ਉਸ ਨੂੰ ਅੱਗ ਅੰਦਰ ਰੱਖ ਦਿੰਦਾ ਹੈ। ਘੜਾ ਦੇਖਣ ਵਿੱਚ ਸੋਹਣਾ, ਉਹਦਾ ਪਾਣੀ ਠੰਡਾ ਪਿਆਰਾ ਹੁੰਦਾ ਹੈ, ਜੋ ਪੀਂਦੇ ਹੈ ਉਸ ਘੜੇ ਦੀ ਕਦਰ ਕਰਦੇ ਹੈ। ਇਸੇ ਤਰ੍ਹਾਂ ਅਗਰ ਅਸੀਂ ਖਾਲੀ ਘੜਾ ਸੰਤਾਂ ਦੇ ਪਾਸ ਲਿਆਉਂਦੇ ਹਾਂ, ਉਹ ਭਰਨ ਨੂੰ ਤਿਆਰ ਹੈ। ਇਹੀ ਪਰਮਾਤਮਾ ਨੇ ਉਹਨਾਂ ਨੂੰ ਦਇਆ ਦੇ ਕੇ ਭੇਜੀ ਹੈ। ਜੇ ਪਹਿਲਾਂ ਹੀ ਸਾਡਾ ਘੜਾ ਜਿਹੜਾ ਹੈ ਭਰਿਆ ਹੋਇਆ ਹੈ, ਨੱਕੋ ਨੱਕ ਹੋਇਆ ਹੈ, ਉਹਦੇ ਵਿੱਚ ਕਿਸ ਤਰ੍ਹਾਂ ਵਸਤੂ ਪਏਗੀ? ਕਿਉਂਕਿ ਅਸੀਂ ਸੰਤਾਂ ਦੇ ਪਾਸ ਆਉਂਦੇ ਹਾਂ ਅਤੇ ਦੁਨੀਆ ਦੀਆਂ ਖੁਆਇਸ਼ਾਂ ਲੈ ਕੇ ਆਉਂਦੇ ਹਾਂ। ਮੇਰੀ ਇਹ ਖੁਆਇਸ਼ ਪੂਰੀ ਹੋਵੇ, ਮੇਰੀ ਉਹ ਪੂਰੀ ਹੋਵੇ। ਤੁਸੀਂ ਸੋਚ ਕੇ ਦੇਖ ਲਓ ਕਿ ਅਸੀਂ ਆਪਣਾ ਘੜਾ ਜੋ ਦਿਲ ਹੈ, ਕਿ ਇਹ ਖਾਲੀ ਉਸ ਪਰਮਾਤਮਾ ਵਾਸਤੇ, ਗੁਰੂ ਪਿਆਰ ਵਾਸਤੇ ਲੈ ਕੇ ਆਏ ਹਾਂ। ਇਸ ਵਾਸਤੇ ਕਿ ਅਸੀਂ ਮਿੱਟੀ ਦੀ ਤਰ੍ਹਾਂ ਸੰਤਾਂ ਦੇ ਪਾਸ ਆਉਂਦੇ ਹਾਂ। ਮਾਮੂਲੀ ਜਿਹਾ ਸਾਨੂੰ ਦਰਦ ਹੋ ਜਾਵੇ, ਅਸੀਂ ਭਜਨ ਛੱਡ ਕੇ ਬੈਠ ਜਾਂਦੇ ਹਾਂ, ਹਜ਼ਾਰੋਂ ਨੁਕਸ ਗੁਰੂ 'ਚ ਕੱਢਦੇ ਹਾਂ, ਪਰਮਾਤਮਾ 'ਚ ਕੱਢਦੇ ਹਾਂ ਕਿ ਜੀ ਮੇਰੇ ਨਾਲ ਐਸਾ ਕਿਉਂ ਹੋਇਆ। ਹਾਲਾਂਕਿ ਮਹਾਰਾਜ ਸਾਵਨ ਸਿੰਘ ਸਭ ਵੇਦ ਗ੍ਰੰਥ ਇਸ ਚੀਜ਼ ਦੀ ਗਵਾਹੀ ਭਰਦੇ ਹੈ ਕਿ ਸਾਡਾ ਜੀਵਨ ਸ਼ੁਰੂ ਹੋਣ ਤੋਂ ਪਹਿਲਾਂ ਹੀ, ਮਾਂ ਦੇ ਪੇਟ ਵਿੱਚ ਆਉਣ ਦੇ ਟਾਈਮ ਹੀ ਦੁੱਖ ਸੁੱਖ, ਗਰੀਬੀ ਅਮੀਰੀ, ਬਿਮਾਰੀ ਤੰਦਰੁਸਤੀ ਮੁਕੱਰਰ ਹੋ ਜਾਂਦੀ ਹੈ। ਉਹ ਸਾਨੂੰ ਜ਼ਰੂਰ, ਚਾਹੇ ਰੋ ਕੇ ਭੋਗੀਏ, ਚਾਹੇ ਹੱਸ ਕੇ ਭੋਗੀਏ, ਭੋਗਣਾ ਪੈਂਦਾ ਹੈ। ਘਟਨਾ ਜਿਹੜੀ ਹੈ ਜ਼ਿੰਦਗੀ ਦੀ, ਕੋਈ ਨਫਾ ਹੋਣਾ ਹੈ, ਕੋਈ ਘਾਟਾ ਪੈਣਾ ਹੈ, ਬਿਮਾਰੀ ਆਉਣੀ ਹੈ, ਤੰਦਰੁਸਤੀ ਆਉਣੀ ਹੈ, ਉਹ ਵਕਤ 'ਤੇ ਆ ਕੇ ਘਟ ਜਾਂਦੀ ਹੈ। ਅਗਰ ਅਸੀਂ ਅੰਦਰ ਜਾਂਦੇ ਹੋਈਏ ਐਸੀਆਂ ਘਟਨਾ ਦਾ, ਪਿਆਰਿਓ, ਕੋਈ ਪਤਾ ਲਾਉਣਾ ਜਾਂ ਲੱਗਣਾ ਕੋਈ ਖਾਸ ਮੁਸ਼ਕਿਲ ਨਹੀਂ ਹੁੰਦਾ ਗਾ।
लेकिन असी की करते हैं, अंदर जाते नहीं, बाहर बैठे हैं। इस वास्ते सानू ना उस घटना का ज्ञान है, कि क्यों हुई है, कि मेरे किस कर्मा करके मैनू इनाम मिले, मैं सुख भोगदा है, अगर दुख भोगदा है तो किहड़े पापां दा मैं बदला चुका रहा है। सो इस वास्ते जद भी संत महात्मा मालक दे प्यारे आउंदे है, वो सदा ही होका दिंदे है कि आओ बई, ये जिहड़ा इंसान दा जामा तुहानू दिता है, ये बड़ा कीमती है, ये अमुल पदार्थ है, ये सिर्फ उस परमात्मा ने विषय बकारां वास्ते ਤੁਹਾਨੂੰ नहीं दिता गा, दुनिया के भोगां वास्ते नहीं दिता, क्योंकि भोग तो हर जूनी भोगदी है। कुत्ते पंछी हर जानवर, रींगण वाले कीड़े भी ये तो सब कुछ करते हैं, वो भी सौंदे हैं, दुख तकलीफ वो भी महसूस करते हैं, गर्मी सर्दी वो भी महसूस करते हैं। कि असी इंसान बन के अगर वो डंगरां वाले काम करांगे तो प्यारे सोच के देख लो, ये ਉਹਦੇ और साडे विच की फर्क होया। फर्क इतना ही है कि वो बेचारे भगती करके उन्नति नहीं कर सकते, परमात्मा नाल मिलाप नहीं कर सकते। किसी वक्त उन्होंने भी परमात्मा ने मौका दिता सीगा, लेकिन उन्होंने उस मौके नूं दुनिया के भोगां विच बर्बाद कर दिता। सो इसे तरह अगर असी इंसान का जामा जो परमात्मा ने सानू तोहफा दिता है, असी अगर इसकी गलत वरतों करांगे तो इसकी बड़ी भारी सानू सज़ा चुकाउणी पैंदी है। गुरु नानक देव जी महाराज कहते हैं, 184 जोन सवाई, मानस को प्रभ दी वडियाई, इस पौड़ी ते जो नर चूके, सो आए जाए दुख पाएंदा। 184 जिया जून भुगतन तो बाद इंसान का जामा मिलता है। आप कहते ये सीढ़ी का आखिरी डंडा है, आखिरी स्टैप है। अगर असी कोशिश करते हैं, संभल के स्टैप चुकते हैं, तो कोठे की छत चुबारे ते चढ़ जाते हैं, सचखंड च पहुँच जाते हैं। अगर साडा पैर फिसल जाता है तो नीचे जमीन ते गिर जाते हैं। किहड़ी जमीन, असी 84 दे विच चले जाते हैं। फिर पता नहीं परमात्मा ये मौका देवे ना देवे ना देवे। कबीर साहब भी कहते हैं, मानस जन्म दुर्लभ है, होत न वारंवार, ज्यों बन फल पक्के भुने गिरे, बोहर न लागे ढार। जिहड़ा एक बारी फल पक जाता है, डाली नालों नीचे आ जाता है, जो मर्जी तुसी कोशिश करो वो फिर डाली दे नाल वापस नहीं लगता गा। इसे तरह जब एक बारी इंसान का जामा हथ विचों निकल जाता है, फिर ये मौका मिलना बड़ा ही मुश्किल हो जाता है। सो संत महात्मा प्यार ना कहते हैं, जो कुछ करना सो अभी ही करना, अगे दा ना भरोसा करना। जो कुछ असी करना है परमात्मा की भगती है, वो जिंदे जी करनी है। जो लोग मरण तो बाद ये सोचते हैं कि असी फेर कर लांगे, संत तां कहते हैं, जेड़ा तुसी कम अज दा कल ते पाओगे, की पता है वो कल कैसा आएगा। गुरु नानक कहते हैं, मता करे पश्चिम के ताई, पूर्व ही लै जात। असी तो अपनियां प्लैनिंगां बनाउण लगे हैं, पता नहीं परमात्मा नूं किहड़ी प्लैनिंग बनाई हुई है, किहड़ी उस नूं मंजूर है। सो इस वास्ते संत महात्मा सानू प्यार दे नाल कहते हैं कि जद भी असी मौका मिलता है, वो परमात्मा जिहड़ा है, जदों असी उस नूं पुकारदे हैं, वो जरूर आउंदा है। वो रहम दा समुंदर है। थोड़े अगे कबीर साहब का शब्द रखा जाता है, गौर ना सुनने वाला है। कबीर साहब बहुत सारिया उदाहरण दे के सानू इस शब्द दे विच समझाउंदे है कि किस तरह जानवर जोड़े है वो भी अपनी कुल की रीति नूं तजदे नहीं गए, वो भी अपनी कुल की रीति की पालना करते हैं कि साडी कुल नूं दाग ना लग जाए। तुसी सोच के देखो कि बड़े सिरां नूं बड़े दर्द हुंदे है। अगर कोई गांव का चौधरी है, सरदार है, कि ਉਹਦੀ होर भी जिम्मेदारी बन जाती है। जिस तरह गुरु साहब ने कहा है कि इस धरती में तेरी सिकदारी, इंसान नूं हर एक दा सरदार बना के भेजा है, सब जूनिया तो उच्चा करके भेजा है। अगर सानू उन्हें उच्चा करके भेजा तो साडियां जिम्मेवारियां भी उन्नियां ही वड्डियां हन।
ਕੀ ਹੈ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ। ਸੋ ਇਸ ਵਾਸਤੇ ਆਪ ਇਹਦੇ ਵਿੱਚ ਕਈ ਉਦਾਹਰਨਾਂ ਐਸੀਆਂ ਦਿੰਦੇ ਹੈ ਕਿ ਜਿਹੜੀਆਂ ਅਸੀਂ ਆਮ ਤੌਰ ਦੇ ਉੱਤੇ ਸੁਣਦੇ ਹੀ ਰਹਿੰਦੇ ਹਾਂ ਸਤਸੰਗਾਂ ਦੇ ਵਿੱਚ। ਸੋ ਸੰਤ ਮਹਾਤਮਾ ਸਿਰਫ ਸਾਨੂੰ ਇਹ ਯਾਦਦਾਸ਼ਤ ਦਿਵਾਉਂਦੇ ਹੈ, ਕਿਉਂਕਿ ਕੋਈ ਵੀ ਮਾਂ ਦੇ ਪੇਟ ਵਿੱਚੋਂ ਨਾ ਕੋਈ ਚੋਰ ਪੈਦਾ ਹੁੰਦਾ ਹੈ, ਨਾ ਕੋਈ ਅਪਰਾਧੀ ਪੈਦਾ ਹੁੰਦਾ ਹੈ, ਨਾ ਕੋਈ ਸ਼ਰਾਬ ਦੀ ਬੋਤਲ ਲੈ ਕੇ ਆਉਂਦਾ ਹੈ, ਨਾ ਕੋਈ ਫੀਮ ਨਸ਼ੇ ਵਗੈਰਾ ਦੀਆਂ ਕੋਈ ਡੱਬੀਆਂ ਲੈ ਕੇ ਆਉਂਦਾ ਹੈ। ਉਹ ਜੋ ਕੁਛ ਅਸੀਂ ਆਪਣੇ ਆਪ ਦੇ ਜਿਸਮ ਦੇ ਨਾਲ ਰੋਗ ਲਾ ਲੈਂਦੇ ਹੈ, ਕਿਸੇ ਨਸ਼ੇ ਦਾ ਲਾ ਲੈਂਦੇ ਹੈ, ਹੋਰ ਕਿਸੇ ਭੈੜੀ ਖੋਟੀ ਆਦਤ ਦਾ ਲਾਉਂਦੇ ਹੈ, ਇਹ ਸਿਰਫ ਸੋਬਤ ਦਾ ਹੀ ਅਸਰ ਹੈ, ਸੰਗਤ ਦਾ ਹੀ ਅਸਰ ਹੈ। ਜੈਸੀ ਜੈਸੀ ਅਸੀਂ ਸੰਗਤ ਕਰਦੇ ਹਾਂ ਵੈਸਾ ਵੈਸਾ ਸਾਡੇ 'ਤੇ ਰੰਗ ਚੜ੍ਹਦਾ ਜਾਂਦਾ ਹੈ। ਅਗਰ ਅਸੀਂ ਚੋਰਾਂ ਦੀ ਸੰਗਤ ਕਰਦੇ ਹਾਂ ਸਾਨੂੰ ਚੋਰੀ ਕਰਨ ਦੀ ਆਦਤ ਪੈ ਜਾਏਗੀ, ਜੂਏ ਬਾਜ਼ਾਂ ਦੀ ਸੰਗਤ ਕਰਦੇ ਹਾਂ ਜੂਆ ਖੇਲਣ ਦੀ ਆਦਤ ਪਵੇਗੀ, ਸ਼ਰਾਬੀਆਂ ਪਾਸ ਬੈਠਾਂਗੇ ਸ਼ਰਾਬ ਪੀਣ ਦੀ ਆਦਤ ਪਏਗੀ। ਇਸੇ ਤਰ੍ਹਾਂ ਮਹਾਤਮਾ ਸਾਨੂੰ ਪਿਆਰ ਦੇ ਨਾਲ ਦੱਸਦੇ ਹੈ, ਜੈਸੀ ਸੰਗਤ ਕਰਾਂਗੇ ਵੈਸੀ ਸਾਡੇ 'ਤੇ ਰੰਗਤ ਚੜ੍ਹਦੀ ਹੈ। ਲੁਕਮਾਨ ਪੈਗੰਬਰ ਬੜੇ ਅੱਛੇ ਸੀ, ਸਮਝਦਾਰ ਸਨ। ਇੱਕ ਦਿਨ ਉਹ ਆਪਣੇ ਲੜਕੇ ਨੂੰ ਪਿਆਰ ਦੇ ਨਾਲ ਸਮਝਾ ਰਹੇ ਸੀ ਕਿ ਬੇਟਾ ਬੁਰੀ ਸੰਗਤ ਤੋਂ ਬਚ। ਉਹ ਇੱਕ ਐਸੇ ਲੜਕੇ ਦੀ ਸੰਗਤ ਕਰ ਰਿਹਾ ਸੀ ਕਿ ਜਿਸ ਦੇ ਅੰਦਰ ਹਰ ਬੁਰਾਈ ਸੀ। ਉਸ ਲੜਕੇ ਵਾਸਤੇ ਜਦ ਉਸਨੇ ਵਰਜਿਆ तो लड़का कहने लग्या, देखो पिता जी मैं बड़ा सियाणा है, मैं बड़ा समझदार है, मैं ਉਹਦੇ ਨਾਲ ਬਾਤਾਂ ਤਾਂ ਜ਼ਰੂਰ ਕਰਦਾ ਹਾਂ ਲੇਕਿਨ ਮੈਂ ਉਹਦਾ ਰੰਗ ਨਹੀਂ ਆਪਣੇ 'ਤੇ ਚੜ੍ਹਨ ਦਿੰਦਾ। ਹੁਣ ਪੈਗੰਬਰ ਸਾਹਿਬ ਬੜੇ ਸਿਆਣੇ ਸੀ, ਉਹਨਾਂ ਨੇ ਕਿਹਾ ਜੇ ਇਹਨੂੰ ਜ਼ਬਰਦਸਤੀ ਕਿਹਾ ਤਾਂ ਇਹ ਵਿਦਰੋਹ ਕਰੇਗਾ, ਇਹ ਬੋਝਾ ਸਮਝੇਗਾ ਕਿ ਮੈਨੂੰ ਮੇਰਾ ਪਿਤਾ ਜਿਹੜਾ ਹੈ ਸ਼ਾਇਦ ਉਹਨਾਂ ਦੀ ਇਹ ਸੋਬਤ ਕਰਾਉਣ ਦੇ ਵਿੱਚ ਖੁਸ਼ ਨਹੀਂ ਗਾ। ਉਹਨਾਂ ਨੇ ਬੜੇ ਇੱਕ ਹਿਸਾਬ ਦੇ ਨਾਲ ਕੋਲਾ ਚੱਕਿਆ, ਕਹਿੰਦੇ ਲੈ ਬੇਟਾ ਇਸ ਨੂੰ ਹੱਥ ਵਿੱਚ ਪਕੜ ਲੈਣਾ, ਜਰਾ ਖਿਆਲ ਕਰਨਾ ਕਿ ਹੱਥ ਦੇ ਵਿੱਚ ਕਾਲਕ ਨਾ ਲੱਗ ਜਾਵੇ, ਹੱਥ ਤੇਰਾ ਕਾਲਾ ਨਾ ਹੋ ਜਾਵੇ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ ਕਿ ਕਈ ਦਫਾ ਐਬੀ ਖੁਦ ਹੀ ਦੱਸ ਦਿੰਦਾ ਹੈ ਕਿ ਮੇਰੇ ਵਿੱਚ ਇਹ ਐਬ ਹੈ। ਉਹ ਕਹਿਣ ਲੱਗਾ ਪਿਤਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਦ ਮੈਂ ਕੋਲਾ ਹੱਥ ਵਿੱਚ ਫੜੂੰਗਾ ਤੇ ਮੇਰਾ ਹੱਥ ਕਾਲਾ ਨਾ ਹੋਵੇ, ਇਹ ਜ਼ਰੂਰ ਹੋਏਗਾ। ਤਾਂ ਉਹ ਕਹਿਣ ਲੱਗੇ ਬੇਟਾ ਇਹ ਕਿਸ ਤਰ੍ਹਾਂ ਤੂੰ ਕਹਿ ਸਕਦਾ ਹੈ ਕਿ ਬੁਰੀ ਸੰਗਤ ਕਰਕੇ ਤੇਰੇ 'ਤੇ ਬੁਰਾ ਰੰਗ ਨਹੀਂ ਚੜ੍ਹੇਗਾ। ਕਬੀਰ ਸਾਹਿਬ ਫਰੀਦ ਸਾਹਿਬ ਕਹਿੰਦੇ ਹੈ ਲੋੜੇ ਦਾਖ ਬਜੋਰੀਆਂ ਕਿੱਗਰ ਬੀਜੇ ਜੱਟ, ਹੰਡਾ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਅਗਰ ਕੋਈ ਕਿੱਕਰਾਂ ਦੇ ਬੀਜ ਲਾਉਂਦਾ ਹੈ, ਅਗਰ ਉਹ ਕਾਬਲ ਕੰਧਾਰ ਦੀਆਂ ਬਜੌਰ ਦੇਸ਼ ਦੀਆਂ ਉਹ ਕਹੇ ਵੀ ਮੈਂ ਮੇਵੇ ਖਾ ਲੂੰਗਾ, ਕਿਸ ਤਰ੍ਹਾਂ ਖਾਏਗਾ? ਕਿੱਕਰ ਦਾ ਪੌਦਾ ਲਾ ਕੇ ਤਾਂ ਪਿਆਰਿਓ ਕੰਡੇ ਸਾਨੂੰ ਮਿਲਣਗੇ, ਹੋਰ ਸਾਨੂੰ ਕੀ ਮਿਲਣਾ ਹੈ। ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਕਿਹਦੀ ਸੰਗਤ ਕਰਨੀ ਹੈ, ਕਿਹਨਾਂ ਦੀ ਸੰਗਤ ਕਰਨੀ ਹੈ? ਮਾਲਕ ਦੇ ਪਿਆਰਿਆਂ ਦੀ ਕਰਨੀ ਹੈ। ਕਿਉਂ ਕਰਨੀ ਹੈ? ਕਿ ਸਾਡੇ ਉੱਤੇ ਵੀ ਉਹਨਾਂ ਦੀ ਭਗਤੀ ਦਾ, ਉਹਨਾਂ ਦੇ ਪਿਆਰ ਦਾ ਰੰਗ ਚੜ੍ਹ ਜਾਵੇ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ। ਕਿਹਨਾਂ ਦੀ ਸੰਗਤ ਸੱਚੀ ਹੈ, ਕਿਹੜੀ ਪਰਮਾਤਮਾ ਨੂੰ ਮਨਜ਼ੂਰ ਹੈ, ਕਿਹੜੀ ਸੰਗਤ ਨੂੰ ਉਹ ਆਪਦੇ ਲੇਖੇ ਵਿੱਚ ਲਾਉਂਦਾ ਹੈ, ਜਿਨ੍ਹਾਂ ਦੀ ਸੋਭਤ ਕਰਕੇ ਅਸੀਂ ਨਾਮ ਦੀ ਕਮਾਈ ਕਰੀਏ, ਸ਼ਬਦ ਦੀ ਕਮਾਈ ਕਰੀਏ। ਤਿੰਨ ਸੰਗ ਸੰਗ ਨ ਕੀਜੇ ਨਾਨਕ ਜਿਨ੍ਹਾਂ ਆਪਣਾ ਸੌ। ਜਿਹੜੇ ਲੋਕ ਬੁਰੀ ਸੰਗਤ 'ਚ ਫਸੇ ਹੈ, ਜਿਹੜੇ ਹੰਕਾਰ ਦੇ ਵਿੱਚ ਗ੍ਰਸਤ ਹੈ, ਭੋਗੀ ਹਨ, ਕਹਿਣ ਲੱਗੇ ਉਹਨਾਂ ਦੀ ਤੁਸੀਂ ਸੰਗਤ ਤੋਂ ਦੂਰ ਰਹੋ। ਕਬੀਰ ਸਾਹਿਬ ਵੀ ਕਹਿੰਦੇ ਸਾਖਤ ਸੰਗ ਨ ਕੀਜੀਏ ਦੂਰੋਂ ਜਾਈਏ ਭਾਗ, ਵਾਸਨ ਕਾਰੋ ਪਰਸੀਏ ਤੇ ਕੁਛ ਲਾਗੇ ਦਾਗ। ਆਪ ਪਿਆਰ ਨਾਲ ਕਹਿੰਦੇ ਹੈ ਕਿ ਸਾਖਤ ਦੀ ਸੰਗਤ, ਸਾਖਤ ਕਿਹਨਾਂ ਨੂੰ ਕਿਹਾ ਗਿਆ ਹੈ ਕਿ ਜਿਨ੍ਹਾਂ ਦਾ ਦਿਲ ਜਿਹੜਾ ਹੈ ਉਹ ਕਾਲੇ ਕੰਬਲ ਦੀ ਤਰ੍ਹਾਂ ਵਿਸ਼ੇ ਵਿਕਾਰਾਂ ਦੇ ਨਾਲ ਦਾਗੀ ਹੋ ਚੁੱਕਿਆ ਹੈ, ਜਿਹੜੇ ਕਿ ਪ੍ਰਮਾਤਮਾ ਦਾ ਨਾਮ ਜਪਣਾ ਤਾਂ ਕੀ ਸੀ, ਜਪਣ ਵਾਲਿਆਂ ਦਾ ਵੀ ਮਖੌਲ ਉਡਾਉਂਦੇ ਹੈ। ਕਹਿੰਦੇ ਉਹਨਾਂ ਦੀ ਸੰਗਤ ਨਾ ਕਰੋ, ਦੂਰੋਂ ਭੱਜ ਜਾਓ। ਵਾਸਨ ਕਾਰੋਂ ਪਰਸੀਏ ਤੇ ਕੁਛ ਲਾਗੇ ਦਾਗ। ਅਗਰ ਉਹਨਾਂ ਦੀ ਵਾਸ਼ਨਾ ਵੀ ਆ ਗਈ, ਮਹਿਕ ਵੀ ਉਹਨਾਂ ਦੀ ਆ ਗਈ, ਫਿਰ ਵੀ ਤੁਹਾਨੂੰ ਉਹ ਭਗਤੀ ਤੋਂ ਦੂਰ ਲੈ ਜਾਣਗੇ। ਇਸ ਵਾਸਤੇ ਆਪ ਕਹਿਣ ਲੱਗੇ ਦੂਰੋਂ ਜਾਈਏ ਭਾਗ। ਸਾਖਤ ਐਸਾ ਹੈ ਜੈਸੀ ਲਸਣ ਕੀ ਕਾਨ, ਕੋਨੇ ਬਹਿ ਕੇ ਖਾਈਏ ਪ੍ਰਗਟ ਹੋਏ ਨਿਧਾਨ। ਬੇਸ਼ੱਕ ਅਸੀਂ ਕਿਤਨਾ ਵੀ ਕਿਉਂ ਨਾ ਲਸਣ ਦੇ
ਵਾਸ਼ਨਾ ਨੂੰ ਛੁਪਾ ਲਈਏ, ਉਹ ਆਏ ਬਿਨਾਂ ਨਹੀਂ ਰੁਕਦੀ ਗੀ। ਇਸੇ ਤਰ੍ਹਾਂ ਅਸੀਂ ਇਹ ਕਹੀਏ ਕਿ ਸਾਨੂੰ ਅਸੀਂ ਜੋ ਮਰਜ਼ੀ ਹੈ ਲੋਕ ਕੇ ਛਿਪ ਕੇ ਪਾਪ ਐਬ ਕਰ ਲਈਏ, ਕੌਣ ਸਾਨੂੰ ਦੇਖਦਾ ਹੈ? ਇਹ ਗਲਤ ਹੈ। ਮੈਂ ਇੱਕ ਦੱਸਦਾ ਹੁੰਦਾ ਹੈ ਕਿ ਜਦ ਭਗਤ ਨੂੰ, ਮਾਲਕ ਦੇ ਪਿਆਰੇ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਅੰਦਰ ਬੜੇ ਊਣਤਾਈ ਹੈ, ਬੜੇ ਪਾਪ ਹੈ। ਇਹ ਪਾਪਾਂ ਦਾ ਸਾਨੂੰ ਅਸਲ ਵਿੱਚ ਕਦ ਪਤਾ ਲੱਗਦਾ ਹੈ? ਜਦ ਆਪਣੇ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਅੱਖਾਂ ਦੇ ਪਿੱਛੇ ਇੱਥੇ ਲੈ ਆਉਂਦੇ ਆ, ਉਹ ਸ਼ਬਦ ਆਵਾਜ਼ ਦੇ ਨਾਲ ਜੁੜ ਜਾਂਦੇ ਹੈ। ਫਿਰ ਸਾਨੂੰ ਸਾਡੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ ਹੈ, ਫਿਰ ਸਾਨੂੰ ਸਤਿਗੁਰੂ ਦੀ ਮਿਹਰ ਦਾ ਪਤਾ ਲੱਗਦਾ ਹੈ। ਸਤਿਗੁਰੂ ਦਾ ਪਤਾ ਲੱਗਦਾ ਹੈ ਕਿ ਸਤਿਗੁਰੂ ਕਿਸ ਬਲਾ ਨੂੰ ਕਹਿੰਦੇ ਆ, ਸਤਿਗੁਰੂ ਕੀ ਤਾਕਤ ਹੈ, ਕੀ ਪ੍ਰਮਾਤਮਾ ਦੇ ਨਾਲ ਉਸ ਦਾ ਰਿਸ਼ਤਾ ਹੈ। ਇਸ ਵਾਸਤੇ ਉੱਥੋਂ ਬੇਨਤੀ ਕਰਦਾ ਹੈ ਕਿ ਹੇ ਪ੍ਰਮਾਤਮਾ ਤੂੰ ਮੇਰੀ ਬੇਨਤੀ ਸੁਣ, ਮੈਂ ਤੈਥੋਂ ਤਾਂ ਚੋਰੀ ਕਰਦਾ, ਤੇਰੇ ਤਾਂ ਮੈਂ ਸਿੰਧ ਕਰਮ ਕਰਦਾ ਹੈ, ਜੋ ਪਾਪ ਕਰਦਾ ਹੈ। ਦੁਨੀਆ ਤੋਂ ਮੈਂ ਚੋਰੀ ਕਰਦਾ ਹੈ, ਦੁਨੀਆ ਨੂੰ ਵੱਡੀ ਬਣਾਈ ਬੈਠਾ ਹੈ, ਤੈਨੂੰ ਮੈਂ ਛੋਟਾ ਸਮਝਦਾ ਹੈ। ਮੇਰੀ ਕਾਮ ਨੇ ਮੱਤ ਮਾਰ ਦਿੱਤੀ ਹੈ, ਮੇਰੇ ਮਨ ਨੇ ਮੈਨੂੰ ਪਾਗਲ ਕਰ ਦਿੱਤਾ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ ਕਿ ਤੂੰ ਮੇਰਾ ਲੇਖਾ ਲੈਣ ਤੋਂ ਪਹਿਲੇ ਹੀ ਬਖਸ਼ ਦੇ, ਕਿਉਂਕਿ ਅਗਰ ਤੂੰ ਮੇਰਾ ਲੇਖਾ ਲਿਆ ਤਾਂ ਮੈਂ ਕਿਸ ਤਰ੍ਹਾਂ ਛੁੱਟ ਸਕਦਾ ਹੈ। ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹੈ, ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਉਹਨਾਂ ਦਾ ਤਜਰਬਾ ਪੜ੍ਹ ਕੇ ਦੇਖੋ। ਗੁਰੂ ਨਾਨਕ ਕਹਿੰਦੇ ਲੇਖਾ ਕਰਤ ਨਾ ਛੂਟੀਏ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਉਹ ਕਹਿਣ ਲੱਗੇ ਲੇਖਾ ਕਰਕੇ ਅਸੀਂ ਛੁੱਟ ਹੀ ਨਹੀਂ ਸਕਦੇ ਗੇ। ਮਹਾਰਾਜ ਸਾਵਨ ਸਿੰਘ ਬੜੇ ਪਿਆਰ ਨਾਲ, ਬੜੇ ਲਹਿਜੇ ਨਾਲ, ਦੁੱਖ ਭਰੇ ਦਿਲ ਦੇ ਨਾਲ ਕਹਿੰਦੇ ਹੁੰਦੇ ਸੀ ਕਿ ਸਤਿਗੁਰੂ ਕਿਸੇ ਦਾ ਇਮਤਿਹਾਨ ਨਾ ਲਵੇ। ਇਸ ਵਾਸਤੇ ਕਿਉਂਕਿ ਅਸੀਂ ਜੀਵ ਕਿਸ ਤਰ੍ਹਾਂ ਪਾਸ ਹੋ ਸਕਦੇ ਹਾਂ? ਇਹ ਤਾਂ ਉਹਨਾਂ ਦੀ ਦਇਆ ਹੈ ਜਿਹੜੇ ਸਾਨੂੰ ਸ਼ਰਾਬੀਆਂ, ਕਬਾਬੀਆਂ ਨੂੰ, ਭੁੱਲਿਆਂ ਭਟਕਿਆਂ ਨੂੰ, ਪੱਥਰ ਦਿਲਾਂ ਨੂੰ ਆ ਕੇ ਮੋਹ ਬਣਾਉਂਦੇ ਆ, ਪਿਆਰ ਸਾਡੇ ਉੱਤੇ ਉਹ ਬਰਸਾਉਂਦੇ ਹੈ। ਇਸ ਵਾਸਤੇ ਆ ਪਿਆਰ ਨਾਲ ਦੱਸਦੇ ਆ, ਬੜੀਆਂ ਸੋਹਣੀਆਂ ਉਦਾਹਰਨਾਂ ਦਿੰਦੇ ਹੈ ਕਿ ਕਿਸ ਤਰ੍ਹਾਂ ਅਸੀਂ ਸੰਤਾਂ ਤੋਂ ਫਾਇਦਾ ਉਠਾਉਣਾ ਹੈ, ਕਿਸ ਤਰ੍ਹਾਂ ਉਹਨਾਂ ਦੇ ਨਾਲ ਪਿਆਰ ਕਰਨਾ ਹੈ। ਉਸ ਪਿਆਰ ਦਾ ਸਾਨੂੰ ਕੀ ਫਾਇਦਾ ਹੋਏਗਾ? ਕਿਉਂਕਿ ਸੰਤਾਂ ਨੂੰ ਤਾਂ ਨਾ ਕਿਸੇ ਦੇ ਪਿਆਰ ਦੀ ਲੋੜ ਹੈ, ਨਾ ਕਿਸੇ ਦੇ ਧਿਆਨ ਦੀ ਲੋੜ ਹੈ। ਉਹ ਤਾਂ ਆਪ ਆਪਣੇ ਗੁਰੂ ਦੇ ਪਿਆਰ ਵਿੱਚ ਮਸਤ ਹੁੰਦੇ ਹੈ। ਕਿਉਂਕਿ ਪਹਿਲਾ ਜਿਹੜਾ ਗੁਰੂ ਹੈ ਉਹ ਸ਼ਿਸ਼ ਬਣਦਾ ਹੈ। ਉਹ ਸ਼ਿਸ਼ ਇਸ ਤਰ੍ਹਾਂ ਬਣਦਾ ਹੈ ਕਿ ਜੋ ਵੀ ਕੁਝ ਬਾਣੀਆਂ ਦੇ ਵਿੱਚ ਬਿਆਨ ਕੀਤਾ ਸੰਤਾਂ ਨੇ, ਇਹ ਸਾਰੇ ਕਰਤੱਵ ਉਹਦੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ। ਕਿਸ ਤਰ੍ਹਾਂ ਉਹ ਚਕੋਰ ਦੀ ਤਰ੍ਹਾਂ ਆਪਣਾ ਧਿਆਨ ਆਪਣੇ ਗੁਰੂ ਦੀ ਪ੍ਰਤੀ ਲਾਉਂਦਾ ਹੈ, ਕਿਸ ਤਰ੍ਹਾਂ ਉਹ ਸੁੱਤਾ ਜਾਗਦਾ ਗੁਰੂ ਗੁਰੂ ਕਰਦਾ ਹੈ। ਮੈਂ ਦੱਸਦਾ ਹੁੰਦਾ ਹੈ ਕਿ ਹਰ ਸਤਸੰਗੀ ਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਖਾਣਾ ਖਾਂਦੇ ਹਾਂ, ਆਮ ਅਸੀਂ ਕੀ ਕਰਦੇ ਹਾਂ ਕਿ ਖਿਆਲ ਸਾਡਾ ਹੋਰ ਪਾਸੇ ਹੁੰਦਾ ਹੈ। ਤੋ ਖਾਣਾ ਖਾਂਦੇ ਹੈ, ਉਦੋਂ ਉਸ ਪਰਮਾਤਮਾ ਦਾ ਦੋਨੇ ਪ੍ਰਵਟਿਆਂ ਦੇ ਧਿਆਨ, ਅੱਖਾਂ ਦੇ ਵਿੱਚ ਧਿਆਨ ਧਰ ਕੇ ਤੁਸੀਂ ਆਪਣੇ ਗੁਰੂ ਨੂੰ ਭੋਗ ਲਵਾਓ। ਕਿਉਂਕਿ ਉਹ ਜਗ੍ਹਾ ਜਿੱਦੇ ਨਾਮ ਦਿੱਤਾ ਹੈ ਉਹ ਸ਼ਬਦ ਰੂਪ ਹੋ ਕੇ ਤੁਹਾਡੇ ਅੰਦਰ ਬੈਠਾ ਹੈ। ਅਗਰ ਕੋਈ ਬੁਰਕੀ ਨਿਗਾਉਣੇ ਹੋ ਤਦ ਵੀ ਤੁਸੀਂ ਉਹ ਇਹ ਸਮਝੋ ਕਿ ਅਸੀਂ ਗੁਰੂ ਨੂੰ ਭੋਗ ਲਵਾ ਰਹੇ ਹਾਂ, ਅਸੀਂ ਗੁਰੂ ਨੂੰ ਖਵਾ ਰਹੇ ਹਾਂ। ਪਾਣੀ ਪੀਂਦੇ ਹੋ ਤਾਂ ਵੀ ਕਹੋ ਅਸੀਂ ਗੁਰੂ ਨਹੀਂ ਪਿਉਂਦੇ ਹਾਂ। ਅਗਰ ਤੁਸੀਂ ਇਹ ਹੱਥ ਧੋਨੇ ਹੋ, ਕੁਰਲੀ ਕਰਦੇ ਹੋ ਤਾਂ ਵੀ ਕਹੋ ਕਿ ਅਸੀਂ ਗੁਰੂ ਨੂੰ ਹੀ ਆਪਦੇ ਨੂੰ ਕੁਰਲੀ ਕਰਾ ਰਹੇ ਹਾਂ। ਤੁਸੀਂ ਥੋੜ੍ਹੇ ਦਿਨ, ਹਫ਼ਤਾ ਇੱਕ ਇਸ ਤਰ੍ਹਾਂ ਖਾਣਾ ਖਾ ਕੇ ਦੇਖੋ, ਤੁਹਾਡੀ ਕਾਇਆ ਕਲਪ ਹੋ ਜਾਏਗੀ। ਇਸੇ ਤਰ੍ਹਾਂ ਜਿਹੜੀਆਂ ਲੜਕੀਆਂ ਹਨ ਜਦੋਂ ਖਾਣਾ ਬਣਾਉਂਦੀਆਂ ਹਨ, ਅਗਰ ਉਹ ਨੇਕ ਪਾਕ ਆਪਣੇ ਖਿਆਲ ਰੱਖਣ, ਸਿਮਰਨ ਕਰਨ, ਦੁਨੀਆ ਦੇ ਖਿਆਲ ਨਾ ਉਠਾਉਣ, ਉਹਨਾਂ ਦੇ ਹੱਥੋਂ ਜੋ ਵੀ ਖਾਣਾ ਖਾਂਦਾ ਹੈ ਉਹਦੀ ਬੁੱਧੀ ਅੱਛੀ ਹੋ ਜਾਂਦੀ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਆ, ਨਹਾਉਣੇ ਹੋ ਤਾਂ ਤੁਸੀਂ ਸਮਝੋ ਅਸੀਂ ਆਪਣੇ ਗੁਰੂ ਨੂੰ ਨਵਾ ਰਹੇ ਹਾਂ, ਦਾਤਣ ਕਰਦੇ ਹਾਂ ਤਾਂ ਅਸੀਂ ਗੁਰੂ ਨੂੰ ਕਰਾ ਰਹੇ ਹਾਂ। ਸੋ ਇਹ ਹੈ ਪਿਆਰ, ਇਹਦੇ ਵਿੱਚੋਂ ਪਿਆਰ ਟਪਕਦਾ ਹੈ। ਜਦੋਂ ਸਾਡੀ ਇਹ ਹਾਲਤ ਹੋ ਜਾਂਦੀ ਹੈ, ਉਹ ਪਰਮਾਤਮਾ ਗੁਰੂ ਰੂਪ ਜੋ ਹੈ ਉਹ ਸਾਡੇ ਅੰਦਰ ਹੀ ਬੈਠਾ ਹੈ। ਰਾਮ ਝਰੋਖੇ ਬੈਠ ਕੇ ਸਭ ਕਾ ਚਾਰਾ ਲੈ, ਜਾਂ ਕੋ ਜੈਸੀ ਚਾਕਰੀ ਤਾਂ ਕੋ ਤੈਸਾ ਦੇ। ਇੱਕ ਵਾਰੀ ਜਗਨਨਾਥ ਜਾਣ ਦਾ ਮੌਕਾ ਮਿਲਿਆ, ਉੱਥੇ ਕਈ ਮੱਠਾਂ ਦੇ ਅੰਦਰ ਗਏ। ਕਬੀਰ ਸਾਹਿਬ ਦੇ ਮੱਠ ਅੰਦਰ ਗਏ, ਉੱਥੇ ਪਾਂਜੀ ਵੰਡੀ ਜਾ ਰਹੀ ਸੀਗੀ। ਉਹ ਮਾਤਾ ਕਹਿਣ ਲੱਗੀ ਕਿ ਦੇਖੋ, ਕਬੀਰ ਸਾਹਿਬ ਨੇ ਪਖੰਡ ਦੀ ਭਗਤੀ, ਪਖੰਡ ਨੂੰ ਦੂਰ ਕਰਕੇ ਨਾਮ ਦੀ ਪਾਂਜੀ ਵੰਡੀ ਸੀਗੀ। ਸੋ ਉੱਥੋਂ ਵੀ ਉਹ ਭੋਗ ਲਿਆ। ਇਸੇ ਤਰ੍ਹਾਂ ਬਾਬਾ ਮਲੂਕ ਦਾਸ ਦਾ ਮੱਠ ਹੈ, ਉੱਥੇ
ਟੁਕੜੇ ਇੱਕ ਬੁੱਢਾ ਵੰਡ ਰਿਹਾ ਸੀਗਾ ਔਰ ਉਹ ਇੱਕ ਕਰਤੱਵ ਉਹਨਾਂ ਦਾ ਹਰ ਰੋਜ਼ ਦਾ ਹੀ ਹੈ। ਸੋ ਔਰ ਬੋਲ ਵੀ ਰਿਹਾ ਸੀ, ਅਜਗਰ ਕਰੇ ਨਾ ਚਾਕਰੀ, ਪੰਛੀ ਕਰੇ ਨਾ ਕਾਮ, ਦਾਸ ਮਲੂਕਾ ਕਹਿ ਗਏ ਤੇ ਸਭ ਕੇ ਦਾਤਾ ਰਾਮ। ਸੋ ਇਸੇ ਤਰ੍ਹਾਂ ਉੱਥੇ ਮੈਂ ਆਪਦੇ ਹਿੱਸੇ ਦਾ ਉੱਥੋਂ ਵੀ ਜੋ ਪ੍ਰਸ਼ਾਦ ਸੀ ਬੜੀ ਸ਼ਰਧਾ ਦੇ ਨਾਲ ਲਿਆ। ਸੋ ਇਸੇ ਤਰ੍ਹਾਂ ਉੱਥੇ ਕਰਮਾ ਬਾਈ ਦਾ ਮੱਠ ਹੈ ਜਿੱਥੇ ਕਿ ਖਿਚੜੀ ਦਾ ਭੋਗ ਲਵਾਇਆ ਜਾਂਦਾ ਹੈ। ਇਹ ਇੱਕ ਕ੍ਰਿਸ਼ਨ ਦੀ ਭਗਤਣੀ ਹੋਈ ਹੈ, ਕਿਉਂਕਿ ਅਸੀਂ ਤਾਂ ਸਹਿਯੋਗ ਨੂੰ ਲੈਣਾ ਹੈ, ਪਿਆਰ ਨੂੰ ਲੈਣਾ ਹੈ। ਇਹ ਕੀ ਕਰਦੀ ਹੁੰਦੀ ਸੀਗੀ ਕਿ ਕ੍ਰਿਸ਼ਨ ਨੂੰ ਬਾਲ ਗੋਪਾਲ ਬੱਚਾ ਸਮਝ ਕੇ ਉਹਦੇ ਵਾਸਤੇ ਖਿਚੜੀ ਤਿਆਰ ਕਰਦੀ ਹੁੰਦੀ ਸੀਗੀ, ਕਿਉਂਕਿ ਬੱਚੇ ਖਿਚੜੀ ਖਾ ਕੇ ਬੜੇ ਖੁਸ਼ ਹੁੰਦੇ ਹੈ, ਤਾਂ ਖਿਚੜੀ ਤਿਆਰ ਕਰਦੀ ਹੁੰਦੀ ਸੀਗੀ। ਇੱਕ ਦਿਨ ਐਸਾ ਹੋਇਆ, ਕਿਉਂਕਿ ਉਹ ਖਿਚੜੀ ਮੂਰਤੀ ਅੱਗੇ ਰੱਖ ਦੇਣੀ, ਮੂਰਤੀ ਨੇ ਤਾਂ ਖਿਚੜੀ ਕੀ ਖਾਣੀ ਸੀਗੀ। ਸੋ ਉਹ ਆਪਣੇ ਖਿਆਲਾਂ ਵਿੱਚ ਸੱਚੇ ਦਿਲੋਂ ਉਸਨੇ ਬਣਾਉਣੀ ਔਰ ਖੁਸ਼ ਹੋਣਾ। ਇੱਕ ਦਿਨ ਉਹ ਆਪਣੀ ਬਰਾਦਰੀ ਦੇ ਅੰਦਰ ਗਈ ਸੀ, ਉੱਥੇ ਵਾਜੇ ਗਾਜੇ ਖੂਬ ਵੱਜਦੇ ਸੀਗੇ, ਕੋਈ ਸ਼ਾਦੀ ਦਾ ਪ੍ਰੋਗਰਾਮ ਸੀ। ਉਹ ਜਿਹੜਾ ਰੋਜ਼ ਦਾ ਨਿਤਨੇਮ ਸੀ ਉਸ ਨੂੰ ਭੁੱਲ ਗਈ। ਜਦ ਸੁੱਤੀ ਪਈ ਨੂੰ ਜਾਗ ਆਈ, ਉਹ ਬੜਾ ਰੋਣ ਲੱਗ ਪਈ, ਰੌਲਾ ਪਾਉਣ ਲੱਗ ਪਈ ਕਿ ਮੇਰਾ ਬੱਚਾ ਤਾਂ ਭੁੱਖਾ ਰਹਿ ਗਿਆ ਹੋਊਗਾ, ਮੈਂ ਤਾਂ ਬੜਾ ਅਪਰਾਧ ਕੀਤਾ ਹੈ। ਇਸੇ ਲਹਿਜੇ ਵਿੱਚ ਉਹ ਭੱਜੀ ਆਈ। ਕੀ ਦੇਖਦੀ ਹੈ, ਜਦ ਬੂਹਾ ਖੋਲ੍ਹਿਆ ਇੱਕ ਬਾਲਕ ਰੂਪ ਦੇ ਅੰਦਰ ਉੱਥੇ ਖਿਚੜੀ ਬਣਾ ਰਿਹਾ ਹੈ। ਉਹ ਕਹਿਣ ਲੱਗੀ ਕਿ ਬੇਟਾ ਅੱਜ ਤੂੰ ਭੁੱਖਾ ਰਿਹਾ, ਮੈਥੋਂ ਤੇਰਾ ਜਿਹੜਾ ਨਿਤਨੇਮ ਸੀਗਾ ਰੋਜ਼ ਦੀ ਖਿਚੜੀ ਮੈਂ ਉਹ ਬਣਾ ਨਾ ਸਕੀ। ਉਹ ਕਹਿਣ ਲੱਗਿਆ ਕੋਈ ਨਹੀਂ ਮਾਤਾ, ਅੱਗੇ ਤੂੰ ਰੋਜ਼ ਬਣਾਉਂਦੀ ਸੈਂ, ਅੱਜ ਮੈਂ ਬਣਾ ਲਈ ਹੈ, ਆ ਤੂੰ ਬਗੈਰ ਹੱਥ ਮੂੰਹ ਧੋਤਿਆਂ ਮੇਰੇ ਨਾਲ ਬੈਠ ਕੇ ਖਾ। ਸੋ ਇਹ ਹੈ ਪਿਆਰ। ਇਸੇ ਤਰ੍ਹਾਂ ਅਗਰ ਸਾਡੇ ਅੰਦਰ ਪਿਆਰ ਹੈ, ਅਗਰ ਸਾਡਾ ਧਿਆਨ ਪੱਕ ਗਿਆ ਹੈ, ਸਾਡਾ ਦੋਨਾਂ ਪਰਪੱਟਿਆਂ ਦੇ ਦਰਮਿਆਨ ਖਿਆਲ ਜੁੜਿਆ ਹੋਇਆ ਹੈ, ਇੰਨਾ ਧਿਆਨ ਵਿੱਚ ਮਗਨ ਹੋ ਜਾਂਦਾ ਹੈ ਕਿ ਸੇਵਕ ਨੂੰ ਇਹ ਵੀ ਨਾ ਪਤਾ ਲੱਗੇ ਕਿ ਗੁਰੂ ਮੇਰੇ ਅੰਦਰ ਪ੍ਰਗਟ ਹੋ ਗਿਆ ਹੈ ਜਾਂ ਉਹ ਮੇਰੇ ਨਾਲ ਗੱਲ ਕਰਦਾ ਹੈ। ਉਹ ਆਪਦੇ ਧਿਆਨ ਵਿੱਚ ਮਗਨ ਹੈ। ਇਸ ਵਾਸਤੇ ਜਦ ਐਸਾ ਧਿਆਨ ਸਾਡਾ ਪੱਕ ਜਾਂਦਾ ਹੈ ਤਾਂ ਉਹ ਜ਼ਰੂਰ ਪਰਦਾ ਖੋਲ੍ਹਦਾ ਹੈ। ਇੱਥੇ ਕਹਿਣ ਦੀ ਜ਼ਰੂਰਤ ਨਹੀਂ ਗੀ, ਅਸੀਂ ਕਹਿੰਦੇ ਤਾਂ ਹੈ ਕਿ ਸਾਨੂੰ ਅਜੇ ਪਤਾ ਨਹੀਂ, ਗੁਰੂ ਤੇ ਇਤਬਾਰ ਨਹੀਂ। ਅਸੀਂ ਇਹ ਕਹਿੰਦੇ ਹਾਂ ਕਿ ਜੀ ਪਰਦਾ ਖੋਲ੍ਹੋ। ਮੈਂ ਹਮੇਸ਼ਾ ਕਈ ਪ੍ਰੇਮੀਆਂ ਨੂੰ ਮਹਾਰਾਜ ਸਾਵਣ ਦੇ ਅੱਗੇ ਬੇਨਤੀ ਕਰਦਿਆਂ ਨੂੰ ਦੇਖਿਆ ਕਿ ਜੀ ਪਰਦਾ ਖੋਲ੍ਹੋ। ਮਹਾਰਾਜ ਕਹਿੰਦੇ ਕਿਉਂ ਬਈ, ਭਜਨ ਕਰਦਾ ਹੈ, ਕਿੰਨਾ ਭਜਨ ਕਰਦਾ ਹੈ? ਫਿਰ ਚੁੱਪ ਹੋਣਾ, ਕਿਉਂਕਿ ਜਿਹੜੇ ਭਜਨ ਕਰਦੇ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਕਿਉਂਕਿ ਉਹ ਅੰਦਰ ਬੈਠਾ ਹੈ। ਮੈਂ ਦੱਸਦਾ ਹੁੰਦਾ ਕਿ ਮੈਨੂੰ ਹੁਕਮ ਮੰਨਣ ਦੀ, ਆਗਿਆ ਪਾਲਣ ਦਾ ਕਿੱਥੋਂ ਹਿੰਮਤ ਮਿਲੀ ਜਾਂ ਕਿੱਥੋਂ ਮੈਨੂੰ ਇਹ ਗੁਣ ਮਿਲਿਆ, ਕਿਉਂਕਿ ਮੈਂ ਬਚਪਨੇ ਦੇ ਵਿੱਚ ਆਰਮੀ ਚਲਿਆ ਗਿਆ। ਆਰਮੀ ਦਾ ਇੱਕ ਕਾਨੂੰਨ ਹੈ ਕਿ ਪਹਿਲਾਂ ਤੁਸੀਂ ਹੁਕਮ ਨੂੰ ਪੂਰਾ ਕਰੋ ਜੋ ਤੁਹਾਨੂੰ ਹੁਕਮ ਮਿਲ ਜਾਂਦਾ ਹੈ। ਅਗਰ ਖਾਣਾ ਬਣਾਉਣ ਦਾ ਹੁਕਮ ਮਿਲ ਜਾਂਦਾ ਹੈ, ਇਹ ਨਾ ਕਹੋ ਕਿ ਲੱਕੜਾਂ ਕਿੱਥੋਂ ਮਿਲਣਗੀਆਂ, ਆਟਾ ਕਹਾਂ ਸੇ ਮਿਲੇਗਾ, अग्नि कहाँ से मिलेगी। नहीं, पहले खाना तैयार करके ले आओ, बाद में रिपोर्ट करो। तो जब मैं अपने गुरुदेव के चरणों में आया, मैं क्या भी देखो एक दुनियावी बंदियां दा इतना हुक्म पालन किया कि अगर वो अटेंशन करके कलियार देन तो अफसर नूं जाके सलूट करन, रिपोर्ट देन कि इतने बंदे है, सब अच्छा है, तो जवान मक्खी भी अपने तो उड़ा नहीं सकता गा। अगर उस वेले सर्प भी चढ़िया होवे उसनूं भी परे नहीं कर सकता गा। तो एक इंसान के हुक्म असी इतना मनते हैं, तो गुरु का हुक्म उस दे मुकाबले ते कितना होना चाहिए। यही कारण सी कि जो मेरे गुरुदेव ने मेरे ते कृपा की, आग्ञा दी कि किस तरह अभ्यास करना है, किस तरह घड़े नूं खाली बनाना है। तो ये उन्हां दी दया सी कि मैं उन्हां दी आग्ञा दा पालन कर सकिया। सो ना मैनू ये कहना पिया कि तू मेरा पड़दा खोल, ना मैनू पता ही है ये उहदा काम है। सो इस वास्ते आ प्यार दे नाल कहंदे आ कि साडे अंदर इस तरह का प्यार होवे कि गुरु साडे अंदर प्रगट होवे, सानू ना पता लगे कि वो प्रगट हो गया है, असी तो अपने विच औकागर हैं। मैं सदा ही कहना हुंदा है कि जदों सानू ऐसे संत सतगुरु आके मिल जान तो सानू सच्चे दिलों उन्हां दे नाल प्यार करना चाहिए है।
ਦੁਨੀਆ ਦੇ ਮੋਹ ਦੀ ਕਮੀ ਕਰ ਦਿਓ, ਦੁਨੀਆ ਦੇ ਪਿਆਰ ਦੀ ਕਮੀ ਕਰ ਦਿਓ। ਤੁਸੀਂ ਆਪਣੀ ਆਤਮਾ ਨੂੰ ਅੰਦਰ ਇਕਾਗਰ ਕਰੋ। ਸਤਿਗੁਰੂ ਅੰਦਰੋਂ ਹੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਬਗੈਰ ਕਿਸੇ ਝਿਜਕ ਤੋਂ ਅੰਦਰ ਜਾਓ, ਦੁਨੀਆ ਦਾ ਮੋਹ ਛੱਡ ਦਿਓ, ਦੁਨੀਆ ਦਾ ਪਿਆਰ ਛੱਡ ਦਿਓ। ਜਿਸ ਚੀਜ਼ ਦੀ ਸਾਡੀ ਆਤਮਾ ਨੂੰ ਭੁੱਖ ਹੈ, ਪਿਆਸ ਹੈ, ਉਹ ਅੰਦਰੇ ਹੀ ਮਿਲ ਜਾਂਦਾ ਹੈ। ਸੋ ਕਬੀਰ ਸਾਹਿਬ ਦਾ ਸ਼ਬਦ ਸੁਣੋ, ਬੜੇ ਪਿਆਰ ਨਾਲ ਸਾਨੂੰ ਕਈ ਉਦਾਹਰਨਾਂ ਦੇ ਕੇ ਸਮਝਾਉਂਦੇ ਹੈ ਜੀ। विरह और प्रेम शब्द दूसरा। कबीर साहब की शब्दावली भाग तीसरा पन्ना 13। जो कोई जे बेद प्रीत लगावे, जो कोई जे बेद प्रीत लगावे, गुरु का नाम ध्यान ना छूटे, परगट ना गोहरावे। ਕਬੀਰ ਸਾਹਿਬ ਕਹਿੰਦੇ ਹੈ ਜਿਹੜਾ ਕੋਈ ਇਸ ਤਰ੍ਹਾਂ ਦੀ ਪ੍ਰੀਤ ਕਰਦਾ ਹੈ, ਜਵਾਨ ਤੇ ਸਿਮਰਨ ਹੈ, ਅੱਖਾਂ ਵਿੱਚੋਂ ਮਨ ਮੋਹਣੀ ਮੂਰਤ 24 ਘੰਟੇ ਸਮਾਈ ਹੋਈ ਹੈ। ਗੁਰੂ ਨਾਨਕ ਕਹਿੰਦੇ ਆ, ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਆਪ ਕਹਿੰਦੇ ਹੈ ਜੋ ਗੁਰੂ ਦਾ ਮੂਰਤ ਤੋਂ ਭਾਵ ਸਰੂਪ ਦਾ ਹੈ, ਤੋ ਕਹਿਣ ਲੱਗੇ ਜੋ ਉਹ ਤੁਹਾਨੂੰ ਸਿਮਰਨ ਦਿੰਦੇ ਹੈ, ਮੰਤਰ ਦਿੰਦੇ ਹੈ, ਉਸ ਦਾ ਜਾਪ। ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਜਦ ਸਾਡੀ ਜ਼ਬਾਨ ਦੇ ਉੱਤੇ ਉਹ ਸਿਮਰਨ ਸ਼ੁਰੂ ਦੇ ਵਿੱਚ ਆਦਤ ਪਾਉਣੀ ਪੈਂਦੀ ਹੈ, ਕਿਉਂਕਿ ਸਾਨੂੰ ਭੁੱਲੜ ਜੀਵਾਂ ਨੂੰ ਕਲਪੜਾ ਕਰਨ ਦੀ ਆਦਤ ਹੈ, ਲੇਕਿਨ ਸਿਮਰਨ ਕਰਨ ਦੀ ਇਹ ਜਗ੍ਹਾ ਤੇ ਆਦਤ ਨਹੀਂ ਹੁੰਦੀ ਗੀ। ਇਸ ਵਾਸਤੇ ਸੰਤ ਸਾਨੂੰ ਪਿਆਰ ਨਾਲ ਕਹਿੰਦੇ ਆ ਕਿ ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋ ਸਕਦੀ ਹੈ। ਸਿਮਰਨ ਕਰਨ ਦੀ ਸਾਨੂੰ ਆਦਤ ਕੁਦਰਤ ਹੀ ਪਈ ਹੈ। ਅਸੀਂ ਦਿਨ ਰਾਤ ਦੁਨੀਆ ਦਾ ਸਿਮਰਨ ਕਰਨ ਲੱਗੇ ਪਏ ਹਾਂ। ਫਿਰ ਆਪਾਂ ਜਿਸ ਦਾ ਵੀ ਸਿਮਰਨ ਕਰਦੇ ਹਾਂ, ਸਾਨੂੰ ਪਤਾ ਹੈ ਕਿ ਕਲਰਕ ਆਪਣੇ ਕੰਮ ਦਾ ਸਿਮਰਨ ਕਰਦੇ ਹੈ, ਕੱਲ੍ਹ ਨੂੰ ਕਿਹੜੀ ਮਿਸਲ ਤਿਆਰ ਕਰਨੀ ਹੈ, ਕਿਹੜੇ ਕਾਗਜ਼ 'ਚ ਕਮੀ ਹੈ। ਬੀਬੀਆਂ ਆਪਣੇ ਚੁੱਲ੍ਹੇ ਚੌਂਕੇ ਦਾ ਸਿਮਰਨ ਕਰਦੀਆਂ ਹਨ, ਕਿਹੜਾ ਸਮਾਨ ਰਸੋਈ ਘਰ ਵਿੱਚ ਹੈ, ਕਿਹੜਾ ਨਹੀਂ ਹੈ। ਜ਼ਿਮੀਂਦਾਰ ਆਪਣੇ ਕੰਮ ਦਾ ਸਿਮਰਨ ਕਰਦਾ ਹੈ, ਕੀ ਫਸਲ ਬੀਜਣੀ ਹੈ, ਕਿੱਥੇ ਕੱਲ੍ਹ ਨੂੰ ਮੈਂ ਜਾ ਕੇ ਖਾਦ ਵਗੈਰਾ ਡਾਲਣੀ ਹੈ। ਇਸੇ ਤਰ੍ਹਾਂ ਜੱਜ ਆਪਣੇ ਕੰਮ ਦਾ ਸਿਮਰਨ ਕਰਦਾ ਹੈ ਕਿ ਮੈਂ ਕਿਹੜਾ ਮੁਕੱਦਮਾ ਕੱਲ੍ਹ ਲਾਉਣਾ ਹੈ, ਕੀ ਫੈਸਲਾ ਕਰਨਾ ਹੈ। ਸੋ ਸਿਮਰਨ ਕਰਨ ਦੀ ਤਾਂ ਸਾਨੂੰ ਆਦਤ ਪਹਿਲਾਂ ਤੋਂ ਪਈ ਹੁੰਦੀ ਹੈ, ਜਿਸ ਨੂੰ ਆਪਾਂ ਯਾਦ ਕਰਦੇ ਹਾਂ, ਜਿਸ ਨੂੰ ਆਪਾਂ ਸਿਮਰਨ ਕਰਦੇ ਹਾਂ। ਆਪ ਕਹਿੰਦੇ ਉਹਦੀ ਸ਼ਕਲ ਬਣਾਉਣ ਦੀ ਜ਼ਰੂਰਤ ਨਹੀਂ, ਆਪਣੇ ਆਪ ਹੀ ਅੱਖਾਂ ਅੱਗੇ ਆ ਜਾਂਦੀ ਹੈ। ਬੱਚੇ ਯਾਦ ਕਰਦੇ ਹੈ, ਉਸੇ ਤਰ੍ਹਾਂ ਦੌੜੇ ਫਿਰਦੇ ਨਜ਼ਰ ਵਿੱਚ ਆਉਂਦੇ ਹੈ। ਜਿਸ ਨੂੰ ਮਿੱਤਰ ਨੂੰ ਯਾਦ ਕਰਾਂਗੇ ਉਹਦੀ ਸ਼ਕਲ ਬਣਾਉਣ ਦੀ ਜ਼ਰੂਰਤ ਨਹੀਂ ਗੀ, ਉਹ ਆਪਣੇ ਆਪ ਹੀ ਅੱਖਾਂ ਅੱਗੇ ਆ ਜਾਂਦੀ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਜਦੋਂ ਸਾਡਾ ਉਹ ਧਿਆਨ ਤਸ਼ੱਬਰ ਪੱਕ ਜਾਂਦਾ ਹੈ, ਸਿਮਰਨ ਜਿਹੜਾ ਹੈ ਜ਼ਬਾਨ ਰੁਕ ਜਾਂਦੀ ਹੈ ਔਰ ਮਨ ਦੀ ਜ਼ਬਾਨ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਜਾਪ ਮਰੇ, ਕਬੀਰ ਸਾਹਿਬ ਕਹਿੰਦੇ ਆ, ਪਹਿਲਾਂ ਜਿਹੜਾ ਜਦੋਂ ਸਾਡੀ ਮਨ ਦੀ ਜ਼ਬਾਨ ਨਾਲ ਸਿਮਰਨ ਕਰਦੇ ਹਾਂ, ਜਾਪ ਮਰੇ, ਉਹ ਵੀ ਕੋਰਸ ਪੂਰਾ ਹੋ ਜਾਂਦਾ। ਅਜੱਪਾ ਮਰੇ, ਜਿਹੜਾ ਅਸੀਂ ਮਨ ਦੀ ਜ਼ਬਾਨ ਨਾਲ ਸਿਮਰਨ ਕਰਦੇ ਹਾਂ, ਉਹ ਵੀ ਕੋਰਸ ਪੂਰਾ ਹੋ ਜਾਂਦਾ ਹੈ। ਅਨਹਦ ਵੀ ਮਰ ਜਾਏ, ਜਦੋਂ ਅਸੀਂ ਅਨਹਦ ਸ਼ਬਦ ਨੂੰ ਪਕੜ ਕੇ ਅੱਗੇ ਜਾਂਦੇ ਹਾਂ, ਦੂਸਰੀ ਤੀਸਰੀ ਮੰਜ਼ਿਲ ਤੇ ਜਾਂਦੇ ਹਾਂ, ਇਹ ਵੀ ਕੋਰਸ ਪੂਰਾ ਹੋ ਜਾਂਦਾ ਹੈ। ਕਿਉਂਕਿ ਅੱਗੇ ਮਹਾ ਅੰਧੇਰਾ ਹੈ, ਗੁਰੂ ਆਪਣੇ ਪ੍ਰਕਾਸ਼ ਦੇ ਨਾਲ ਆਤਮਾ ਨੂੰ ਲਿਜਾਂਦਾ ਹੈ। ਸੁਰਤ ਸਮਾਨੀ ਸ਼ਬਦ ਮੈਂ ਤਾਂ ਕੋ ਕਾਲ ਨਾ ਖਾਏ। ਜਦੋਂ ਅਸੀਂ ਸਤਿਗੁਰੂ ਨੂੰ ਪ੍ਰਗਟ ਕਰਦੇ ਹਾਂ, ਤੁਸੀਂ ਤੁਲਸੀ ਸਾਹਿਬ ਦਾ ਅਨੁਰਾਗ ਸਾਗਰ
ਦਾ ਮੈਂ ਕਈ ਦਫਾ ਸਤਸੰਗ ਕੀਤਾ ਹੈ ਕਿ ਕਿਸ ਤਰ੍ਹਾਂ ਸਤਿਗੁਰੂ ਆਪਣੀ ਆਤਮਾ ਵਿੱਚ ਸੇਵਕ ਦੀ ਆਤਮਾ ਨੂੰ ਰਲਾ ਕੇ ਅੱਗੇ ਲੈ ਜਾਂਦਾ ਹੈ। ਸੋ ਉਸੇ ਦਾ ਹੀ ਗੁਰੂ ਨਾਨਕ ਨੇ ਕਿਹਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ। ਉਸ ਮਹਾਂਸੁਣ ਦੇ ਦੇਸ਼ ਵਿੱਚ ਭਾਵੇਂ ਹਜ਼ਾਰਾਂ ਸੂਰਜ, ਕਰੋੜਾਂ ਲੱਖਾਂ ਚੜ ਜਾਣ, ਅਰਬਾਂ ਸੂਰਜ ਚੜ ਜਾਣ, ਚੰਦਰਮਾ ਚੜ ਜਾਣ, ਫਿਰ ਵੀ ਉੱਥੇ ਅੰਧੇਰਾ ਹੈ। ਹਾਲਾਂਕਿ ਪਾਰ ਬ੍ਰਹਮ ਦੇ ਵਿੱਚ ਪਹੁੰਚੀ ਹੋਈ ਆਤਮਾ ਦਾ ਖੁਦ 12 ਸੂਰਜ ਦੇ ਬਰਾਬਰ ਪ੍ਰਕਾਸ਼ ਹੋ ਜਾਂਦਾ ਹੈ, ਉੱਥੇ ਕੋਈ ਕੰਮ ਨਹੀਂ ਕਰਦਾਗਾ। ਇਸ ਵਾਸਤੇ ਆਪ ਕਹਿੰਦੇ ਅਨਹਦ ਸ਼ਬਦ ਨੂੰ ਵੀ ਸਾਡੀ ਆਤਮਾ ਕੋਰਸ ਪੂਰਾ ਕਰ ਲੈਂਦੀ ਹੈ, ਇਹਦੇ ਉੱਪਰ ਚਲੀ ਜਾਂਦੀ ਹੈ, ਤਾਂ ਗੁਰੂ ਦੇ ਆਤਮਾ ਨੂੰ ਰਲਾ ਕੇ ਆਪਣੇ ਉਹ ਥਾਮ ਲੈ ਜਾਂਦਾ ਹੈ। ਤਾਂ ਕੋ ਕਾਲ ਨਾ ਖਾਏ, ਸੋ ਭਵਰ ਗੁਫਾ ਤੱਕ ਕਾਲ ਦੀ ਹੱਦ ਹੈ। ਸੋ ਆਪ ਪਿਆਰ ਨਾਲ ਕਹਿੰਦੇ ਹੈ ਕਿ ਅਸੀਂ ਉਦੋਂ ਹੀ ਕਾਲ ਦੀ ਹੱਦ ਤੋਂ ਪਾਰ ਜਾ ਸਕਦੇ ਹਾਂ ਜਦ ਅਸੀਂ ਭਵਰ ਗੁਫਾ ਲੰਘ ਜਾਂਦੇ ਹਾਂ। ਸੋ ਕਾਲ ਤੋਂ ਬਚ ਕੇ ਜਾਣਾ ਸਾਡੀ ਆਪਣੀ ਤਾਕਤ ਨਹੀਂ। ਮਤਾ ਦਿਲ ਦੇ ਵਿੱਚ ਖਿਆਲ ਹੋਵੇ ਕਿ ਅਸੀਂ ਇਹ ਮਸਲਾ ਜਿਹੜਾ ਹੈ ਕਰਮ ਧਰਮ ਦੇ ਨਾਲ ਅਸੀਂ ਇਸ ਨੂੰ ਹੱਲ ਕਰ ਲਾਂਗੇ ਜਾਂ ਪੂਜਾ ਪਾਠ ਦੇ ਨਾਲ ਹੱਲ ਕਰ ਲਾਂਗੇ। ਸੋ ਸੰਤ ਮਹਾਤਮਾ ਕਹਿੰਦੇ ਹੈ ਕਿ ਇਹ ਤਾਂ ਵੀ ਉਹਨਾਂ ਦੀ ਦਇਆ ਹੀ ਹੈ, ਸੰਤ ਸਤਿਗੁਰਾਂ ਦੀ, ਕਿ ਜਿਹੜੇ ਸਾਡੇ ਤੇ ਆ ਕੇ ਰਹਿਮ ਕਰਦੇ ਹੈ। ਤੋ ਕਬੀਰ ਸਾਹਿਬ ਕਹਿੰਦੇ ਹੈ ਜਦੋਂ ਸਾਡਾ ਜਿਹੜਾ ਜਾਪ ਹੈ ਉਹ ਕੋਰਸ ਪੂਰਾ ਹੋ ਜਾਂਦਾ ਹੈ, ਅੱਖਾਂ ਜਿਹੜੀਆਂ ਹਨ ਇਹ ਆਪਣੇ ਆਪ ਹੀ ਫਰਕਣੋਂ ਹਟ ਜਾਂਦੀਆਂ ਹਨ। ਜ਼ਬਾਨ ਹੈ ਜਿਹੜੀ ਇਹ ਹਿੱਲਣੋਂ ਹਟ ਜਾਂਦੀ ਹੈ, ਕਿਉਂਕਿ ਮਨ ਦੀ ਜ਼ਬਾਨ ਜਿਹੜੀ ਹੈ ਉਹ ਵੀ ਸਮਾਪਤ ਹੋ ਜਾਂਦੀ ਹੈ। ਆਤਮਾ ਦੀ ਜ਼ਬਾਨ ਦੇ ਨਾਲ ਅਸੀਂ ਸਿਮਰਨ ਸਾਡਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਕਲਪਨਾ ਉੱਠਦੀ ਹੈ ਜਿਸ ਤਰ੍ਹਾਂ ਕਿ ਹੁਣ ਆਪਾਂ ਬਗੈਰ ਕਿਸੇ ਸੋਚਿਆ ਹੋਇਆ ਬੈਠੇ ਸਤਸੰਗ ਦੇ ਅੰਦਰ ਹੈ, ਕੋਈ ਕੁਛ ਕਲਪਨਾ ਕਰੀ ਜਾਂਦਾ ਹੈ, ਮਨ ਕਦੇ ਕਿਸੇ ਪਾਸੇ ਕਰੀ ਜਾਂਦਾ ਹੈ, ਕਿਸੇ ਭਾਗ ਵਾਲੇ ਦਾ ਹੀ ਹੁਣ ਟਿਕਿਆ ਹੋਇਆ ਹੁੰਦਾ ਹੈ। ਇਸ ਵਾਸਤੇ ਹਾਲਾਂਕਿ ਅਸੀਂ ਘਰ-ਬਾਰ ਛੱਡੇ ਹੈ, ਸਾਰੇ ਕਾਰੋਬਾਰ ਛੱਡ ਕੇ ਸਤਸੰਗ ਵਿੱਚ ਆਏ ਹੈ, ਲੇਕਿਨ ਇਹ ਜਿਹੜੀ ਕਲਪਨਾ ਹੈ ਫਿਰ ਵੀ ਇਹ ਸਾਡਾ ਪਿੱਛਾ ਨਹੀਂ ਛੱਡਦੀਗੀ। ਤੋ ਸੰਤ ਸਾਨੂੰ ਪਿਆਰ ਨਾਲ ਕਹਿੰਦੇ ਆ ਕਿ ਸਿਮਰਨ ਕਰਨ ਦੀ ਆਦਤ ਤੁਹਾਨੂੰ ਸ਼ੁਰੂ ਤੋਂ ਹੀ ਪਈ ਹੈ। ਇਸ ਵਾਸਤੇ ਸੰਤ ਸਾਨੂੰ ਆਪਣਾ ਸਿਮਰਨ ਦਿੰਦੇ ਹੈ। ਉਹ ਸਿਮਰਨ ਕੋਈ ਕਿਤਾਬਾਂ 'ਚੋਂ ਪੜ੍ਹ ਕੇ ਨਹੀਂ ਦਿੰਦੇਗੇ, ਉਹਨਾਂ ਦੇ ਪਿੱਛੇ ਉਹਨਾਂ ਦੀ ਸ਼ਕਤੀ ਕੰਮ ਕਰਦੀ ਹੈ, ਤਪ ਤਿਆਗ ਹੁੰਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਜਦੋਂ ਅਸੀਂ ਉਹਨਾਂ ਦਾ ਦਿੱਤਾ ਸਿਮਰਨ ਕਰਦੇ ਹਾਂ, ਉਹਨਾਂ ਦੇ ਬਤਾਏ ਹੋਏ ਸ਼ਬਦ ਦੇ ਨਾਲ ਜੁੜਦੇ ਹਾਂ, ਫਿਰ ਸਾਨੂੰ ਸਾਡੀ ਜੀਭ ਹੈ ਜਿਹੜੀ ਉਹ ਵੀ ਫਰਕਣੋਂ ਹਟ ਜਾਂਦੀ ਹੈ, ਔਰ ਜਿਹੜੇ ਹੋਠ ਹੈ ਉਹ ਵੀ ਫਰਕਣੋਂ ਹਟ ਜਾਂਦੇ ਹੈ। ਜਿਸ ਨੂੰ ਹਜ਼ਰਤ ਬਾਹੂ ਨੇ ਕਿਹਾ ਸੀ ਕਿ ਜਵਾਨ ਨਾ ਹਿੱਲੇ ਹੋਠ ਨਾ ਫਰਕਣ, ਖਾਸ਼ ਨਵਾਜੀ ਸੋਈ ਹੂ। ਜਵਾਨੀ ਕਲਮਾ ਹਰ ਕੋਈ ਆਖੇ ਤੇ ਦਿਲ ਦਾ ਪੜਦਾ ਕੋਈ ਹੂ। ਉਹ ਦਿਲ ਦਾ ਆਤਮਾ ਦੇ ਨਾਲ ਕੋਈ ਕਲਮਾ ਕੋਟਨ ਵਿੱਚ ਗੁਰੂ ਨਾਨਕ ਨੇ ਕਿਹਾ ਸੀ ਜੋ ਭਜਨ ਰਾਮ ਕੋ ਪਾਵੈ। ਨਹੀਂ ਤਾਂ ਅਸੀਂ ਜਵਾਨੀ ਕਲਾਮੀ ਜ਼ਰੂਰ ਅੱਲਾ ਵਾਹਿਗੁਰੂ ਰਾਮ ਰਹੀਮ ਕਹਿੰਦੇ ਹੈ। ਸੋ ਕਬੀਰ ਸਾਹਿਬ ਕਹਿੰਦੇ ਆ ਅਗਰ ਰਾਮ ਰਹੀਮ ਕਹਿਣ ਦੇ ਨਾਲ ਉਹ ਰਾਮ ਮਿਲਦਾ ਹੋਵੇ ਤਾਂ ਪਿਆਰੇ ਸਾਨੂੰ ਸਾਰਿਆਂ ਨੂੰ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀਗਾ। ਸੋ ਇਹ ਮਹਾਤਮਾ ਕਹਿੰਦੇ ਅਗਰ ਖੰਡ ਦੇ ਕਹਿਣ ਦੇ ਨਾਲ ਮੂੰਹ ਮਿੱਠਾ ਹੁੰਦਾ ਤਾਂ ਸਾਨੂੰ ਚੀਨੀ ਬਣਾਉਣ ਦੀ ਕੀ ਲੋੜ ਸੀ ਦੁਕਾਨਾਂ ਦੇ ਉੱਤੇ ਜਾਣ ਦੀ, ਜਾਂ ਇੱਕ ਬੀਜਣ ਦੀ, ਜਾਂ ਜ਼ਮੀਨ ਨੂੰ ਇੰਨੀ ਕਮਾਉਣ ਦੀ ਕੀ ਲੋੜ ਸੀਗੀ। ਖੰਡ ਕਿਹਾ ਤੇ ਮੂੰਹ ਮਿੱਠਾ ਹੋ ਜਾਂਦਾ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਕਿਸ ਤਰ੍ਹਾਂ ਦਾ ਤੁਹਾਡਾ ਧਿਆਨ ਹੋਵੇ ਕਿ ਅੰਦਰ ਗੁਰੂ ਪ੍ਰਗਟ ਹੋ ਜਾਵੇ, ਫਿਰ ਵੀ ਪਤਾ ਨਾ ਲੱਗੇ। ਸੋ ਕਬੀਰ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ ਹੈ, ਗੁਰੂ ਕਾ ਨਾਮ ਧਿਆਨ ਨਾ ਛੂਟੇ, ਪ੍ਰਗਟ ਨਾ ਗੋਹਰਾਵੇ। ਕੁਰਮ ਸੁਤਨ ਕੋ ਤਰਤ ਹੈ ਊਚੇ, ਆਪ ਉਦਰ ਕੋ ਤਾਵੇ। ਹੁਣ ਆ ਬੜੀ ਅੱਛੀ ਮਿਸਾਲ ਕੱਛੂ ਕੁੰਮੇ ਦੀ ਦੇ ਰਹੇ ਹੈ ਕਿ ਉਹ ਜਿਹੜੇ ਅੰਡੇ ਹੈ ਉੱਚੇ ਥਾਂ ਬਾਹਰ ਖੁਸ਼ਕੀ ਦੇ ਵਿੱਚ ਦੇ ਕੇ ਆਉਂਦਾ ਹੈ, ਆਪ ਉਹ ਪਾਣੀ ਵਿੱਚ ਰਹਿੰਦਾ ਹੈ, ਉਹ ਆਪ ਦੇ ਬੱਚਿਆਂ ਨੂੰ ਧਿਆਨ ਦੇ ਜ਼ਰੀਏ ਪਕਾਉਂਦਾ ਹੈ। ਮਹਾਰਾਜ ਜੀ ਕਹਿੰਦੇ ਹੁੰਦੇ ਕੋਈ ਮਹਾਤਮਾ ਮੁਰਗੀ ਦੀ ਮਿਸਾਲ ਹੁੰਦਾ ਹੈ, ਮੁਰਗੀ ਅੰਡਿਆਂ ਨੂੰ ਉੱਤੇ ਬੈਠ ਕੇ ਪਕਾਉਂਦੀ ਹੈ। ਕੋਈ ਕੱਛੂ ਕੁੰਮੇ ਦੀ ਮਿਸਾਲ ਹੈ,
आला दर्जे के जो महात्मा है वो कूंज की मिसाल है। कूंज सिमरन के जरिए आपदे बच्चों दी परवरिश करती है। एक महात्मा वो है कि जिहड़ा आपदे पास रहन वालियां दा ही फायदा कर सकता है, वो कुकड़ी की मिसाल है। एक ध्यान के जरिए जिथों तक जाता है। आला दर्जे के जो महात्मा है वो सिमरन के जरिए ख्याल के जरिए ही, ये नहीं कि नाम दिता कन्न च फूक मारी लै भी मैं तेरा गुरु हो गया, ऐसा नहीं गा। ये जिम्मेवारी है। आत्मघाती महापापी किसी की आत्मा का घात करना, कि ये पाप उतरेगा? जिम्मेवारी निभानी बड़ी मुश्किल है। इस वास्ते संत महात्मा सानू प्यार ना होका दिंदे है। जिथे पूरा गुरु कहते हैं उत्थे अधूरे भी है। असल दी सदा नकल हुंदी आई है। इसे वास्ते मैं कहना हुन्ना प्यारिओ, किसी महात्मा की शरण दे विच जाण तो पहला तुसीं उहदी जिंदगी पढ़ो कि उन्हें कदे भजन अभ्यास किया, कोई 10-20 साल उन्हें खोज की, कोई अभ्यास किया, या उन्हें तन मन धन की कोई कुर्बानी की है। कबीर साहब कहते सुखिया सब संसार है, खाए अर सोए, दुखिया दास कबीर है, जागे अर रोए। तुसी किसी महात्मा की हिस्ट्री पढ़ के देखो, थानू पता लगेगा कि उन्हें किस तरह मेहनत कीतियां है। तो जेड़े गुरु नानक कहते हैं आप डुबंदे सितारे किनखे, तरंदरो भी तार नानक पिर से रत्या, जो आप डुबे है। लोगों को कहते तुसी भजन करो बई, वो किवें आप तरनगे, किवें दूजिआं नूं तारनगे। इस वास्ते आप प्यार ना कहते हैं कि कच्छू जिहड़ा है वो अपने अंडे खुशकी विच उच्ची जगह दे के आपदे बच्चों चों कदे भी ध्यान नहीं हो कटदागा जी। कुर्म सुतने को तरत है ऊंचे, आप उदर को तावे, निस दिन सुरत रहे अंडन पर, पल भर ना बिसरावे। ओदी सुरत ख्याल सुते दा जागदे दा उसे पासे ही है। इसे तरह जो सानू नाम मिल जाता है, साडा भी फर्ज है कि सुते जागदे सुपने च बरड़ाउने तां भी गुरु का ध्यान, तां भी गुरु का सिमरन याद है। तो फिर देखो की बनता है। कबीर साहब कहते सुपने हूँ बरड़ाई के, जे मुख निकसे राम, ताके पक्की पनही मेरे तन को छाम। अगर सुपने दे विच बरड़ा के भी कोई उस मालिक नूं याद करता है, कहने लगा मैं तन दियां जुतियां बना के देण नूं तैयार हैं। हुण साडे सुपने च की निकलदा है भी मारो फड़ो, दिने भी परेशान सुते भी परेशान। बहुत प्रेमी मिलते हैं, कह ले सानू बड़े बुरे सुपने आउंदे आ। दस भी जे सिमरन नहीं करांगे तो बुरिया ने आउणा ही है कोले। हाँ भाई। निस दिन सुरत रहे अंडन पर, पल भर ना बिसरावे। जैसे चात्रिक रटे स्वांति को, सलता निकट ना आवे। दीन दयाल लगन हितकारी, स्वांति जल पहुँचावे। आप प्यार ना कहते हैं, पपीहे की मिसाल देंदे है कि पपीहा जो है वो सिर्फ रट लाउण जानता है। वो उड़ के किसी दरिया या
ਕਿਸੇ ਵੀ ਨਾਲੇ 'ਚ ਜਾਂ ਤਲਾਬ ਤੇ ਜਾ ਕੇ ਪਾਣੀ ਨਹੀਂ ਪੀਂਦਾ ਗਾ। ਉਹ ਸਿਰਫ ਕੂਕਦਾ ਹੈ, ਪਿਰੋ ਪਿਰੋ ਕਰਦਾ ਹੈ, ਪਾਣੀ ਪਾਣੀ ਕਰਦਾ ਹੈ। ਉਹ ਪਰਮਾਤਮਾ ਉਸ ਦੀ ਪਿਆਸ ਨੂੰ ਸੁਣਦਾ ਹੈ, ਉਹਦੇ ਦਰਦ ਨੂੰ ਸੁਣਦਾ ਹੈ, ਉਹਦੇ ਪਾਸ ਸਵੰਤੀ ਬੂੰਦ ਭੇਜਦਾ ਹੈ। ਇਸੇ ਤਰ੍ਹਾਂ ਜਿਹੜਾ ਸੇਵਕ ਦਿਨ ਰਾਤ ਉਸ ਦੇ ਮਿਲਾਪ ਨੂੰ ਤੜਫਦਾ ਹੈ, ਸਭ ਸਹਾਰੇ ਛੱਡ ਕੇ ਉਸ ਪਾਸੇ ਨੂੰ ਹੋ ਜਾਂਦਾ ਹੈ, ਉਹ ਪਰਮਾਤਮਾ ਤੋਂ ਵੀ ਰਿਹਾ ਨਹੀਂ ਜਾਂਦਾ। ਉਹ ਆਪਣੇ ਪਿਆਰੇ ਬੱਚੇ ਨੂੰ, ਸੰਤ ਰੂਪ ਨੂੰ, ਉਹ ਸਾਡੀ ਆਤਮਾ ਦੀ ਪਿਆਸ ਬੁਝਾਉਣ ਵਾਸਤੇ ਭੇਜਦਾ ਹੈ। ਜੀ। दीन दयाल लगन हितकारी, स्वांति जल पहुँचावे, फूट सुगंध कंज की जैसे, मधु करके मन पावे, हवेगी सांझ बंध गए संपट, ऐसी भगत कहावे। ਕਮਲ ਪਾਣੀ ਵਿੱਚ ਹੈ, ਜਦ ਉਹਦੇ ਵਿੱਚੋਂ ਮਹਿਕ ਆਉਂਦੀ ਹੈ, ਭੌਰਾ ਉਹਦਾ ਆਸ਼ਕ ਹੈ। ਉਹ ਉਸ ਦੀ ਸੁਗੰਧ ਜਦ ਵੀ ਉਸ ਨੂੰ ਚੜ੍ਹਦੀ ਹੈ, ਉਹ ਉੱਥੇ ਜਾ ਵੜਦਾ ਹੈ। ਇੰਨਾ ਮਸਤ ਹੋ ਜਾਂਦਾ ਉਹਦੇ ਉੱਤੇ ਕਿ ਰਾਤ ਪੈ ਜਾਂਦੀ ਹੈ, ਕਮਲ ਬੰਦ ਹੋ ਜਾਂਦਾ ਹੈ। ਉਹ ਵੀ ਵਿਚਾਰਾ ਵਿੱਚੇ ਘੁੱਟਿਆ ਜਾਂਦਾ ਹੈ, ਜਾਂ ਤਾਂ ਘੁੱਟ ਕੇ ਜਾਨ ਨਿਕਲਦੀ ਹੈ, ਜਾਂ ਕੋਈ ਜਾਨਵਰ ਆ ਕੇ ਉਸ ਨੂੰ ਖਾ ਜਾਂਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ, ਕਿਤਨਾ ਉਹ ਮਸਤ ਹੈ, ਉਹਨੂੰ ਨਾ ਦਿਨ ਦਾ ਪਤਾ ਲੱਗਿਆ, ਨਾ ਰਾਤ ਦਾ ਪਤਾ ਲੱਗਿਆ ਵੀ ਰਾਤ ਪੈ ਰਹੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦਾ ਭਜਨ ਸਿਮਰਨ ਪਿਆਰ ਇਸ ਤਰ੍ਹਾਂ ਦਾ ਲੱਗ ਜਾਂਦਾ ਹੈ, ਉਹਨਾਂ ਨੂੰ ਨਾ ਟਾਈਮ ਯਾਦ ਹੈ, ਨਾ ਦਿਨ, ਨਾ ਵਾਰ ਯਾਦ ਹੈ। ਉਹ ਸੁੱਤੇ ਜਾਗਦੇ ਉਸ ਭਜਨ, ਉਸ ਪਿਆਰ ਵਿੱਚ ਲੱਗੇ ਰਹਿੰਦੇ ਹੈ। ਜੀ। हवेगी सांझ बंध गए संपट, ऐसी भगत कहावे, जैसे चकोर ससी तन निरखे, तन की सुध बिसरावे, सस तन रहत एक टक लागो, तब शीतल रस पावे। ਥੋੜਾ ਪਿਆਰ ਨਾਲ ਕਹਿੰਦੇ ਆ ਕਿ ਜਿਸ ਤਰ੍ਹਾਂ ਚਕੋਰ ਦਾ ਚੰਦਰਮਾ ਦੇ ਨਾਲ ਕਿਤਨਾ ਪਿਆਰ ਹੈ, ਜਦ ਵੀ ਚੰਦਰਮਾ ਉਸ ਨੂੰ ਦਿਖਾਲੀ ਦਿੰਦਾ ਹੈ, ਉਹ ਬਿਲਕੁਲ ਇਸ ਤਰ੍ਹਾਂ ਧਿਆਨ ਲਗਾ ਲੈਂਦਾ ਹੈ। ਜਿਵੇਂ ਜਿਵੇਂ ਜਿੰਨਾ ਚਿਰ ਚੰਦਰਮਾ ਦਾ ਤਨ ਰਹਿੰਦਾ ਹੈ, ਉਤਨਾ ਚਿਰ ਉਹ ਅੱਖ ਨੂੰ ਚਮਕ ਨਹੀਂ ਸਕਦਾਗਾ। ਮੈਂ ਸਿਗਨੇਲਰ ਦਾ ਸਾਰਾ ਕੰਮ ਸਿੱਖਿਆ ਹੈ, ਕਿਉਂਕਿ ਪਹਿਲੇ ਟਾਈਮ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਵਾਇਰਲੈਸਾਂ ਨਹੀਂ ਹੁੰਦੀਆਂ ਸੀਗੀਆਂ। ਉਦੋਂ ਜਾਂ ਤਾਂ ਹੈਲੀਓ ਦੁਪਹਿਰ ਦੇ ਟਾਈਮ ਪੜ੍ਹਦੇ ਸਨ, ਜਾਂ ਰਾਤ ਦੇ ਟਾਈਮ ਲੈਂਪ ਪੜ੍ਹਦੇ ਸਨ, ਜਾਂ ਦਿਨੇ ਝੰਡੀ ਨਾਲ ਇਸ਼ਾਰੇ ਕੀਤੇ ਜਾਂਦੇ ਸਨ। ਉੱਚੀ ਜਗ੍ਹਾ ਖੜ ਜਾਣਾ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਜਿਹੜੀ ਉਹ ਲਾਈਟ ਹੈ, ਉਹ ਵੀ ਅੱਖਾਂ 'ਤੇ ਪੈਂਦੀ ਹੈ। ਸ਼ੀਸ਼ੇ ਦੀ ਜੋ ਲਾਈਟ ਦੁਪਹਿਰੇ, ਉਹ ਵੀ ਅੱਖਾਂ 'ਤੇ ਪੈਂਦੀ ਹੈ। ਅਗਰ ਇੱਕ ਦਫਾ ਅੱਖ ਨੂੰ ਇਸ ਤਰ੍ਹਾਂ ਪਲਕ ਕਰਦਾ ਹੈ ਤੇ ਪਤਾ ਨਹੀਂ ਕਿੰਨੇ ਇਸ਼ਾਰੇ ਲੰਘ ਜਾਣੇ ਹੈ। ਤਾਂ ਉਹਦੀ ਜ਼ਿੰਮੇਵਾਰੀ ਸਿਗਨੇਲਰ ਦੀ ਤੁਹਾਨੂੰ ਪਤਾ ਹੈ ਕਿ ਸਾਰੇ ਹੀ ਮੁਲਕ ਦੀ ਹੁੰਦੀ ਹੈ ਉਹਨਾਂ 'ਤੇ। ਅਗਰ ਕਿਸੇ ਦਾ ਕਮਿਊਨੀਕੇਸ਼ਨ ਕਿਸੇ ਮੁਲਕ ਦਾ ਗਲਤ ਹੈ ਜਾਂ ਢਿੱਲਾ ਹੈ, ਉਸ ਨੂੰ ਹਰ ਇੱਕ ਆ ਕੇ ਦਬਾ ਲੇਗਾ। ਇਸ ਵਾਸਤੇ ਕਮਿਊਨੀਕੇਸ਼ਨ ਦੇ ਉੱਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ। ਤੋ
इतनी भी इजाजत नहीं सी, इन्नी अख करिए तो की हुंदा सीगा कि कई इशारे लंघ जाते, कई लफ्ज लंघ जाने। यह है ध्यान। अगर ऐसा ध्यान सिख दा भी किते गुरु की तरफ पक जाए, देखो फिर तो चकोर का इस तरह का ध्यान हुंदा है। वो जिमें जिमें ध्यान टकाउंदा उन्होंने अंदरों रस आउंदा है, उन्हें शांति आउंदी है। इस वास्ते का ध्यान छड्डण वास्ते वो तैयार नहीं गा। इस तरह जे शिष्य का ध्यान पक जाता है, उसनूं भी अंदरों रस आउंदा है, शांति आउंदी है। महाराज जी मिसाल दिंदे हुंदे कि लैला दा नाल प्यार मजनू दा सी, ਉਹਦੇ ध्यान च मस्त सीगा। किसी ने आके कहा मियाँ मजनू तैनू खुदा मिलना चाहुंदा है, वो कहंदा बई लेली बन के आ जे। एक दुनियावी प्यार विच इंसान इन्ना मस्त हो सकता है, तो हकीकी प्यार का की बयान करना है, जिहदे विच शांति है, जिहदे विच तृप्ति है। तो इस वास्ते रस आउंदा है जिमें जिमें ध्यान तरदा है चकोर चंद्रमा दा जी। सासे तन रहत एक टक लागो, तब शीतल रस पावे। ऐसी जुगत करे जो कोई, तब सो भगत कहावे। ये प्यारे कोई कौम का सवाल नहीं, गरीब का सवाल नहीं, अमीर का सवाल नहीं, सिख का सवाल नहीं, हिंदू का सवाल नहीं। कोई भी ये जुगती ये साधन कबीर साहब कहते जो मैं दसे है नाम लेके करता है, तद वो भगत कहा सकता है, तद वो भगत बन सकता है, तद वो उस परमात्मा का प्यारा बन सकता है। जो परमात्मा का प्यारा है वो सब का ही प्यारा बन जाता है जी। ऐसी जुगत करे जो कोई, तब सो भगत कहावे। कहें कबीर सतगुरु की मूरत, ते प्रभ दरस दिखावे। जब साढ़े अंदर भी इस तरह का प्यार फुट फुट के बाहर निकलता है, तन मन उस गुरु ते अर्पण करते हैं, दिन रात परमात्मा की याद बनाई हुई है, वो परमात्मा तो भी रिहा नहीं जाता गा। वो भी सानू गुरु के स्वरूप विच अंदर दर्शन दिंदा है, अंदर टारच दिंदा है, शांति दिंदा है, तृप्ति दिंदा है। सो इस वास्ते जिन्हां दा ऐसा ध्यान पक जाता है, ऐसे शिष्य जिहड़े है उन्हां दा जप तप पूजा पाठ सब कुछ हो जाता है। जिस तरह हाथी के पाँव में सबके पाँव आ जाते हैं। सो नाम की कमाई विच साडा जितने भी जप तप का सब का फल आ जाता है। सो कबीर साहब ने जो भी मिसालां सानू दित्तियां हन कि किस तरह कच्छू आपदे बच्चियां नू खुशकी च दे आउंदा है, लेकिन उन्हां दे विचों ना सुत्ता ध्यान उठाउंदा है, ना जागदा उठाउंदा है। इसे तरह आपने कहा जो शिष्य सुत्ता जागदा उठदा बहिंदा सिमरन दे विच लग्या होया है, जवान दे उत्ते सिमरन है, तो उन्हां परवटियां दे दरम्यान गुरु दा स्वरूप है। आप प्यार नाल कहंदे है कि ऐसा शिष्य जद एकागर होके बैठ जाता है, उन्होंने ना तन की सुध है ना अपनी है, गुरु भी प्रगट है, उधर भी उसकी तवज्जो नहीं गी, वो तो सिर्फ एकागर होया बैठा है। इसे नूं मैं कई बारी सत्संग दे विच कहना हुंदा है कि जद अख पूंझण वाला पास ना होवे ते प्यारो रोण दा भी मजा नहीं आउंदा गा। सो जिन्ना चिकर वो प्यारा साडे अंदर प्रगट नहीं हुंदा गा, उन्ना चिकर असीं खुश्क रहने हैं। अगर एक बारी ऐसी ऐसी मशक कर लईए, उसनूं आपदे उत्ते मेहरबान कर लईए,
ਤੁਸੀਂ ਫੇਰ ਦੇਖੋ ਕਿ ਹੁਣ ਤਾਂ ਅਸੀਂ ਕਈ ਦਿਨ ਭਜਨ ਛੱਡੀ ਰੱਖਦੇ ਹਾਂ, ਕਈ ਘੰਟੇ ਸਿਮਰਨ ਛੱਡੀ ਰੱਖਦੇ ਹਾਂ। ਜਦ ਐਸੀ ਹਾਲਤ ਹੋ ਜਾਂਦੀ ਹੈ ਫਿਰ ਸਰੀਰ ਟੁੱਟਣ ਲੱਗ ਜਾਂਦਾ ਹੈ। ਜਿਨ੍ਹਾਂ ਦਾ ਪਿਆਰ ਲੱਗ ਜਾਂਦਾ ਹੈ ਉਹ ਨਾ ਲੋਕ ਲਾਜ ਦੀ ਪਰਵਾਹ ਕਰਦੇ ਹੈ, ਨਾ ਕੋਈ ਹੋਰ ਕਾਹੇ ਦੀ ਪਰਵਾਹ ਕਰਦੇ ਹੈ, ਕਿਉਂਕਿ ਉਹਨਾਂ ਨੂੰ ਉੱਥੇ ਸ਼ਬਦ ਨਾਲ ਜੁੜੇ ਬਗੈਰ ਰਸ ਹੀ ਨਹੀਂ ਆਉਂਦਾਗਾ। ਸੋ ਸਾਨੂੰ ਵੀ ਚਾਹੀਦਾ ਕਬੀਰ ਸਾਹਿਬ ਦੇ ਕਹਿਣ ਦੇ ਮੁਤਾਬਕ ਅਸੀਂ ਵੀ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਸਫਲ ਬਣਾਈਏ।